अस्सलाम वालेकुम जी दोस्तों, अज असी पहुंचे हाँ दरबार बाबा सैयद अब्दुल्ला शाह कादरी मढ़ाली शरीफ साहिवाल, जिथे अज मेला शुरू है। यह मेला चढ़ते पंजाब इंडिया विच भी मढ़ाली शरीफ पिंड नवां शहर जलंधर विच लगदा है। 1947 की वंड तो बाद 87 सिखसार सिखां वाली साहिवाल के लागे भी एक दरबार बनाया गया सी, ਜਿਹੜਾ कि अमरनाथ की हवेली च बनाया सी। और इत्थे सराय अमरनाथ दे नां ते अज भी कमरे मौजूद ने। बाबा सैयद अब्दुल्ला शाह कादरी हुणी 5 जून 1910 नूं नवां शहर जलंधर विच फौत हो गए सी। मढ़ाली शरीफ साहिवाल दरबार दे पहले गद्दी नशीन हजरत बाबा साईं नूरे शाह सरकार सिगे, जो कि 2 जून 1954 ਨੂੰ पर्दा फरमा गए सी। इस तो बाद हाजन रहमत बीबी सरकार गद्दी नशीन होए। हाजन बीबी सरकार 1 दसंबर 1959 ਨੂੰ दुनिया तो पर्दा फरमा गए सी। तीसरे गद्दी नशीन हाजी अब्दुल करीम अल मारूफ साईं काले शाह सरकार बने। लंबा टाइम गद्दी नशीन रहन तो बाद 30 ਦਸੰਬਰ 2006 ਨੂੰ ਇਹ ਵੀ ਦੁਨੀਆ ਤੋਂ ਪਰਦਾ ਫਰਮਾ ਗਏ। ਇਸ ਤੋਂ ਬਾਅਦ ਹੁਣ ਤੱਕ ਦੇ ਗੱਦੀ ਨਸ਼ੀਨ ਜਨਾਬ ਹਾਜੀ ਯਾਸਰ ਹੁਸੈਨ ਸਰਕਾਰ ਨੇ, ਜੋ ਕਿ ਬਹੁਤ ਵਧੀਆ ਢੰਗ ਨਾਲ ਆਪਣੇ ਬਜ਼ੁਰਗਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਵਧ ਰਹੇ ਨੇ। ਸੱਜਣੋ ਤੇ ਮਿੱਤਰੋ, ਸਾਡੇ ਸਰਕਾਰ ਬਾਬਾ ਅਬਦੁੱਲਾ ਸ਼ਾਹ ਦਾ ਉਰਸਾ ਔਰ ਉਹਨਾਂ ਦੇ ਇਸਤੇਮਾਲ ਸ਼ੁਦਾ ਬਰਤਨ ਦੀ ਜ਼ਿਆਰਤ ਤੁਹਾਨੂੰ ਹੁਣ ਕਰਾਵਾਂਗੇ ਤੇ ਤੁਸੀਂ ਵੀ ਦੇਖੋ। ਆ ਜੀ ਉਹਨਾਂ ਦੀ ਪਿਆਲੀ ਜਿੱਚੋਂ ਸਾਲਨ ਵਗੈਰਾ ਇਸਤੇਮਾਲ ਕਰਦੇ ਸੀ। ਆ ਪਲੇਟ ਆ ਜੀ ਉਹਨਾਂ ਦੀ, ਔਰ ਆ गिलास, ਆ ਅਲੀ ਜੰਗ बड़ा बर्तन, और आ ਉਹਨਾਂ ਦਾ ਲੋਟਾ। ਇਹ ਇਸਤੇਮਾਲ ਹੁੰਦਾ ਸੀ ਜੀ ਉਹਨਾਂ ਦੇ 1860। ਇਹ ਜਦੋਂ ਅਸੀਂ ਪਾਰਟੀਸ਼ਨ ਦੇ ਦੌਰਾਨ ਉੱਥੋਂ ਆਏ ਆ ਤੇ ਨਾਲ ਹੀ ਲੈ ਆਏ। ਇਹ ਆਪਣੇ ਕੋਲ ਹੀ ਹੈ, ਨਿਆਬ ਚੀਜ਼ਾਂ ਇੰਡੀਆ ਵਾਲਿਆਂ ਕੋਲ ਨਹੀਂ। ਇਹ ਤਾਂਬਾ ਜਾਂ ਇਹ ਤਾਂਬੇ ਚ ਸਾਰੇ ਤਾਂਬੇ ਚ ਉੱਪਰ ਕਲੀ ਹੋਈ ਹੋਈ ਹੈ। ਹਾਂ ਹਾਂ, ਠੀਕ ਹੈ ਜੀ। ਇਹਨਾਂ ਨੂੰ ਹਰ ਸਾਲ ਕਲੀ ਕਰਵਾਈਦਾ ਔਰ ਫਿਨਿਸ਼ਿੰਗ ਕਰਵਾ ਕੇ ਤੇ ਇਹ ਖਤਮ ਦੇ ਟਾਈਮ ਹੀ ਇਸਤੇਮਾਲ ਹੁੰਦੇ ਆ, ਅੱਗੇ ਪਿੱਛੇ ਨਹੀਂ ਹੁੰਦੇ। ਸਹੀ। और आ चीज़ जो न्याज दे अपना कोई न्याज की चीज़ वगैरह गुसल देना हो तो उदो इस्तेमाल होंगे। और हाँ जी, ये भी काफ़ी वजन है और रेगुलर इस्तेमाल च नहीं आते। ठीक है जी। और दिखाओ जी, लैंप दिखाओ। ਇਹ ਲਾਈਟ ਲਈ ਹੁੰਦੇ ਸੀ ਜਦੋਂ। हाँ जी, जो ਬਿਜਲੀ ਨਹੀਂ ਸੀ ਹੁੰਦੀ, ਲਾਈਟ ਨਹੀਂ ਹੁੰਦੀ ਸੀਗੀ, ਇਹ ਜਲਾਉਂਦੇ ਸੀਗੇ। ਹੁਣ ਇਹਨਾਂ ਦਾ ਇਸਤੇਮਾਲ ਨਹੀਂ ਹੁੰਦਾ, ਲਾਈਟ ਆ ਗਈ ਆ। ਔਰ ਇਹ ਲੰਗਰ ਤਕਸੀਮ ਕਰਨ ਦੇ ਟਾਈਮ, ਰਾਤ ਦੇ ਟਾਈਮ ਰੋਸ਼ਨੀ ਦਾ ਕੰਮ ਕਰਦੇ ਸੀਗੇ। ਔਰ ਇੱਕ ਬੰਦਾ ਅੱਗੇ ਅੱਗੇ ਜਾਂਦਾ ਸੀ ਤੇ ਪਿੱਛੇ ਲਾਂਗਰੀ ਆਪਣੇ ਲੰਗਰ ਲੈ ਕੇ ਚੱਲਦੇ ਸੀ। ਠੀਕ ਹੈ। ਇਹ ਤਕਰੀਬਨ 12-13 ਜੀ ਆਪਣੇ ਕੋਲ, ਉਹਨੇ ਇਸਤੇਮਾਲ ਨਹੀਂ ਹੁੰਦੇ। ਦੇਗਾਂ ਟੋਟਲ ਆਪਣੇ ਕੋਲ ਕਿੰਨੀਆਂ ਜੀ? ਦੇਗਾਂ ਮਾਸ਼ਾਅੱਲਾ 50 ਦੇਗਾਂ। ਮੇਲੇ ਤੇ ਤਾਂ ਬਾਹਰੋਂ ਵੀ ਲੈਣੀਆਂ ਪੈਂਦੀਆਂ ਹੋਣੀਆਂ। ਮੇਲੇ ਤੋਂ ਜਦੋਂ ਵੱਡਾ ਖਤਮ ਹੁੰਦਾ ਜੀ, ਉਦੋਂ ਅਸੀਂ ਫੇਰ ਬਾਹਰੋਂ ਮੰਗਵਾਉਂਦੇ। ਉਹ ਤਕਰੀਬਨ 100 ਦੇਗ 150 ਦੇਗ ਤਕਰੀਬਨ ਹੋ ਜਾਂਦਾ ਐਟ ਅ ਟਾਈਮ ਚੜਦੀ ये सालन और चावल सही बकरा। और वो भी इंशाल्लाह दोस्तां नूं ज़ियारत करावांगे ओदी भी। ਉਹ ਉਸ ਤੋਂ ਬਾਅਦ ਦੂਸਰੇ ਦਿਨ ਜਾਂ ਤੀਸਰੇ ਦਿਨ ਅਸੀਂ ਰੱਖਾਂਗੇ। ਠੀਕ। ਤੋ ਉਹਨਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਤੇ ਬਾਅਦ ਡਿੱਗਾਂ ਚੜੀਆਂ ਹੋਈਆਂ। ਨਹੀਂ ਬਹੁਤ ਲੰਬਾ ਜਿਹੜਾ ਸੀ ਕੰਮ ਆ ਜੀ। ਜੀ, ਪਾਰਟੀਸ਼ਨ ਤੋਂ ਬਾਅਦ 1956 ਚ ਪਹਿਲਾ ਮੇਲਾ ਇਹ ਪਾਕਿਸਤਾਨ ਨੂੰ ਜਾ ਕੇ ਉੱਥੇ ਕਰਵਾਇਆ ਸੀਗਾ। ਆ ਵਾਲਦ ਸਾਹਿਬ ਆ ਜੀ ਮੇਰੇ, ਮਨਜ਼ੂਰ ਹੁਸੈਨ। ਆ ਬੀਬੀ ਰਹਿਮ ਤੇ, ਠੀਕ ਹੈ, ਬੀਬੀ ਰਹਿਮ अम्मा जी करम की बेटी और आ मियाँ जी शामदीन। आ मिस्त्री साहब है जी। आ बाकी उधर के दोस्त है जिन्होंने कोल जाके ठहरे सीगे पिंदर दे। और दादा ताया ते वाल साहब। हाँ जी, पिंदर बलविंदर बंदेशा दे। हाँ जी, कनाडा रहंदे अजकल।
ਦੇਖ ਲਓ ਜੀ ਭਾਈਚਾਰਾ ਉਦੋਂ ਵੀ ਕਿੰਨਾ ਸੀ ਸਿੱਖ ਮੁਸਲਮ ਦਾ ਜੀ ਕਿ ਉਹ ਦੇਖ ਲਓ ਫੋਟੋ ਦੇ ਵਿੱਚ ਬਰਾਬਰ ਖੜੇ ਆ। ਔਰ ਇਹ ਲੋਕ ਕਹਿ ਰਹੇ ਸੀ ਕਿ ਤੁਸੀਂ ਇੱਥੇ ਹੀ ਰਹਿ ਜਾਓ, ਤੁਹਾਨੂੰ ਵਾਪਸ ਜਾਣ ਦੀ ਜ਼ਰੂਰਤ ਨਹੀਂ, ਅਸੀਂ ਤੁਹਾਡੇ ਨਾਲ ਇੰਨਾ ਮਤਲਬ ਇੰਨਾ ਭਾਈਚਾਰਾ। ਔਰ ਉਹ ਵੱਡੀ ਤਸਵੀਰ ਲੱਗੀ ਉਹਦਾ ਵੀ ਕਲੋਜ਼ ਕੀਤਾ ਨਾ ਤੁਸੀਂ, ਤੇ ਉਹਦੇ ਵਿੱਚ ਵੀ ਸਾਰੇ ਹੀ ਆ। ਇਹ ਉਸੇ ਟਾਈਮ ਦੀ 1956 ਦੀ ਹੈ। ਉਹ ਉਦੋਂ ਦਰਬਾਰ ਸ਼ਰੀਫ ਜਿਹੜਾ ਆਪਣਾ ਤਾਮੀਰ ਯਾਨੀ ਕਿ ਇੰਨਾ ਸਟੈਬਲਿਸ਼ ਨਹੀਂ ਹੋਇਆ ਸੀ, ਪਹਿਲਾਂ ਦੀ ਪਹਿਲੇ ਦੀ ਹੈ। ਬਾਬੇ ਅਬਦੁੱਲਾ ਸ਼ਾਹ ਦਾ ਦਰਬਾਰ। ਪਾਕਿਸਤਾਨ ਵਿੱਚ ਮੇਲੇ ਮੁਖਤਲਫ ਸਕਾਫਤੀ, ਮਜ਼ਹਬੀ, ਤਾਰੀਖੀ ਔਰ ਇਲਾਕਾਈ ਪਸੇ ਮੰਜ਼ਰ ਦੇ ਨਾਲ ਮਨਾਏ ਜਾਂਦੇ ਨੇ ਔਰ ਇਹ ਮੁਲਕ ਦੇ ਸਕਾਫਤੀ ਵਿਰਸੇ ਦਾ ਬਹੁਤ ਅਹਿਮ ਹਿੱਸਾ ਹੈ। ਇਹ ਮੇਲੇ ਖੁਸ਼ੀ, ਤਫਰੀਹ, ਰੂਹਾਨੀਅਤ ਔਰ ਮਕਾਮੀ ਰਵਾਇਤ ਦਾ ਇਜ਼ਹਾਰ ਕਰਦੇ ਆ। ਇਹ ਮੇਲੇ ਰੂਹਾਨੀਅਤ ਔਰ ਮਜ਼ਹਬੀ ਅਕਾਇਦ ਨਾਲ ਜੁੜੇ ਹੁੰਦੇ ਨੇ। ਕੁਝ ਵਰੇ ਪਹਿਲੇ ਤਾਂ ਲਗਭਗ ਹਰ ਪਿੰਡ ਵਿੱਚ ਕੋਈ ਨਾ ਕੋਈ ਛੋਟਾ ਜਾਂ ਵੱਡਾ ਮੇਲਾ ਜ਼ਰੂਰ ਲੱਗਦਾ ਹੁੰਦਾ ਸੀ। ਲੋਕ ਕਣਕਾਂ ਚੁੱਕ ਕੇ ਇਹਨਾਂ ਮੇਲਿਆਂ ਵਿੱਚ ਰਲਤ ਕਰਦੇ ਸੀ ਔਰ ਇਹ ਐਂਟਰਟੇਨਮੈਂਟ ਦਾ ਇੱਕ ਬਹੁਤ ਵਧੀਆ ਪਲੇਟਫਾਰਮ ਸੀ ਜਿਸ ਵਿੱਚ ਹਰ ਤਰ੍ਹਾਂ ਦਾ ਰੌਣਕ ਮੇਲਾ ਵੇਖਣ ਨੂੰ ਮਿਲਦਾ ਸੀ। 3 ਤੋਂ 4 ਦਿਨ ਰਹਿਣ ਵਾਲੇ ਮੇਲੇ ਵਿੱਚ ਪਹਿਲੇ ਦਿਨ ਚਿਰਾਗਾਂ ਕੀਤੀਆਂ ਜਾਂਦੀਆਂ ਔਰ ਮੇਲੇ ਦਾ ਬਕਾਇਦਾ ਆਗਾਜ਼ ਹੋ ਜਾਂਦਾ ਸੀ। ਇਸ ਤੋਂ ਬਾਅਦ ਫਿਰ ਮੁਖਤਲਿਫ ਕਿਸਮ ਦੇ ਸੈਗਮੈਂਟ ਮੇਲੇ ਦੀ ਰੌਣਕ ਵਿੱਚ ਵਾਧਾ ਕਰਦੇ ਸੀ, ਜਿਸ ਵਿੱਚ ਮਹਿਫਲੇ ਨਾਤ, ਕਵਾਲੀਆਂ, ਢੋਲ ਦੀ ਥਾਪ ਤੇ ਰਵਾਇਤੀ ਭੰਗੜੇ, ਘੋੜਿਆਂ ਦਾ ਡਾਂਸ, ਕਬੱਡੀ ਦੇ ਮੈਚ, ਪਹਿਲਵਾਨਾਂ ਦੀਆਂ ਕੁਸ਼ਤੀਆਂ, ਮੌਤ ਦਾ ਖੂਹ ਅਤੇ ਕਿਸੇ ਮੇਲੇ ਵਿੱਚ ਲੋਕ ਫਨਕਾਰਾਂ ਨੂੰ ਵੀ ਅਚੇਚਾ ਸੱਦਿਆ ਜਾਂਦਾ ਸੀ। ਕੁਝ ਫਨਕਾਰ ਗਾ ਕੇ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਸੀ ਤਾਂ ਕੁਝ ਨਕਲੀਏ ਆਪਣੇ ਫਨ ਨਾਲ ਲੋਕਾਂ ਨੂੰ ਖੁਸ਼ ਕਰਦੇ ਸੀ। ਇਸ ਤੋਂ ਇਲਾਵਾ ਮੁਰੀਦੈਨ ਆਪਣੀਆਂ ਮੰਗੀਆਂ ਹੋਈਆਂ ਮੁਰਾਦਾਂ ਪੂਰੀਆਂ ਹੋਣ ਤੋਂ ਬਾਅਦ ਮੇਲੇ ਤੇ ਆ ਕੇ ਚੜਾਵੇ ਚੜਾਉਂਦੇ ਆ, ਜਿਸ ਵਿੱਚ ਉਹ ਆਪਣੀ ਸੇਵਾ ਕਰਦੇ ਆ। ਮੇਲੇ ਦੇ ਦੌਰਾਨ ਮੇਲੇ ਦੀ ਇੱਕ ਖਾਸ ਫਜ਼ਾ ਹੁੰਦੀ ਹੈ ਜਿਸ ਵਿੱਚ ਮਜ਼ਹਬੀ ਅਕੀਦਤ ਦੇ ਨਾਲ ਮੇਲ ਜੋਲ ਤੇ ਕਾਰੋਬਾਰੀ ਸਰਗਰਮੀਆਂ ਵੀ ਸ਼ਾਮਲ ਹੁੰਦੀਆਂ ਹੈ। ਮੇਲੇ ਵਿੱਚ ਕਾਰੋਬਾਰੀ ਲੋਕ ਬਾਜ਼ਾਰ ਸਜਾਉਂਦੇ ਨੇ, ਜਿਸ ਵਿੱਚ ਰੰਗ ਦੀਆਂ ਦੁਕਾਨਾਂ ਲੱਗਦੀਆਂ ਨੇ, ਜਿਨ੍ਹਾਂ ਤੋਂ ਖਾਣ ਪੀਣ ਤੋਂ ਲੈ ਕੇ ਮਨਿਆਰੀ ਦਾ ਸਾਰਾ ਸਾਮਾਨ ਮਿਲਦਾ ਹੈ। ਮਿਠਾਈ, ਪਕੌੜੇ, ਜਲੇਬੀਆਂ, ਜੂਸ ਦੀਆਂ ਦੁਕਾਨਾਂ ਤੇ ਬੱਚਿਆਂ ਦਾ ਸਾਮਾਨ ਬਹੁਤ ਜ਼ਿਆਦਾ ਸੇਲ ਹੁੰਦਾ ਹੈ। ਬੱਚਿਆਂ ਲਈ ਪੰਗੂੜੇ ਵੀ ਖਾਸ ਤੌਰ ਤੇ ਲੱਗੇ ਹੁੰਦੇ ਨੇ। ਪੂਰੇ ਪੰਜਾਬ ਤੋਂ ਸਕਾਫਤੀ ਫਨਕਾਰ, ਹੁਨਰਮੰਦ ਲੋਕ, ਗੁਲੂਕਾਰ ਤੇ ਕਾਰੀਗਰ ਸ਼ਰੀਕ ਹੁੰਦੇ ਨੇ। ਮਕਾਮੀ ਰਕਸ, ਮੌਸੀਕੀ, ਖੇਲ ਔਰ ਰੰਗ ਬਰੰਗੇ ਲਿਬਾਸ ਵੇਖਣ ਨੂੰ ਮਿਲਦੇ ਨੇ। ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਸਾਹੀਵਾਲ ਵਿੱਚ ਹਜ਼ਰਤ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਵਿੱਚ ਲੋਕ ਬਹੁਤ ਦੂਰ ਤੋਂ ਆਉਂਦੇ ਨੇ ਔਰ ਇਸ ਮੇਲੇ ਵਿੱਚ ਪੱਕਣ ਵਾਲਾ ਲੰਗਰ ਖਾਲਸ ਦੇਸੀ ਦਾਲ ਤੇ ਖਾਲਸ ਦੇਸੀ ਘੀ ਵਿੱਚ ਤਿਆਰ ਹੁੰਦਾ ਹੈ, ਜਿਸ ਵਿੱਚ ਬੱਕਰੇ ਦਾ ਗੋਸ਼ਤ ਸ਼ਾਮਲ ਕੀਤਾ ਜਾਂਦਾ ਹੈ ਅਤੇ ਵਲੀਮੇ ਵਾਲੇ ਦਿਨ ਸਿਰਫ ਔਰ ਸਿਰਫ ਬੱਕਰੇ ਦਾ ਗੋਸ਼ਤ ਹੀ ਦਿੱਤਾ ਜਾਂਦਾ ਹੈ। ਇਹ ਵੀ ਖਾਲਸ ਘਿਓ ਦੇ ਵਿੱਚ ਤਿਆਰ ਹੁੰਦਾ ਹੈ। ਲੰਗਰ ਬਹੁਤ ਖੁੱਲਾ ਡੁੱਲਾ ਵੰਡਿਆ ਜਾਂਦਾ ਹੈ। ਲੋਕ ਦੂਰ ਦਰਾਜ਼ ਤੋਂ ਬਾਲਟੀਆਂ ਭਰ ਕੇ ਵੀ ਲੈ ਕੇ ਜਾਂਦੇ ਨੇ ਅਤੇ ਉੱਥੇ ਬਹਿ ਕੇ ਰਜਮਾ ਖਾਂਦੇ ਵੀ ਨੇ। ਇੰਨਾ ਵੱਡਾ ਤੇ ਖੁੱਲਾ ਇੰਤਜ਼ਾਮ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ। ਇਹ ਮੇਰੇ ਰੱਬ ਦੇ ਖਾਸ ਬੰਦਿਆਂ ਦੀਆਂ ਕੀਤੀਆਂ ਮਿਹਨਤਾਂ ਦਾ ਨਤੀਜਾ ਹੈ ਕਿ ਇਸ ਲੰਗਰ ਵਿੱਚ ਰੱਬ ਵੱਲੋਂ ਇੰਨੀ ਬਰਕਤ ਪੈ ਜਾਂਦੀ ਹੈ ਕਿ ਸਾਰੇ ਭੁਗਤਾਨ ਕਰਨ ਤੋਂ ਬਾਅਦ ਵੀ ਕਦੀ ਮੁੱਕਿਆ ਨਹੀਂ। ਦਰਬਾਰ ਮਡਾਲੀ ਸ਼ਰੀਫ ਦੇ ਗੱਦੀ ਨਸ਼ੀਨ ਸਾਈਂ ਯਾਸਰ ਸਰਕਾਰ ਇੱਕ ਬਹੁਤ ਦਰਵੇਸ਼ ਇਨਸਾਨ ਨੇ ਜੋ ਸਾਰਾ ਇੰਤਜ਼ਾਮ ਆਪਣੇ ਹੱਥੀਂ ਕਰਦੇ ਨੇ ਔਰ ਇਹ ਸਾਰਾ ਦੇਸੀ ਘੇ ਉਹ ਆਪਣੇ ਡੰਗਰਾਂ ਤੋਂ ਹਾਸਲ ਕਰਦੇ ਨੇ, ਜਿਨ੍ਹਾਂ ਦੇ ਪੱਠੇ ਦਿੱਤੇ ਦਾ ਬੰਦੋਬਸਤ ਵੀ ਉਹ ਖੁਦ ਹੀ ਕਰਦੇ ਨੇ। ਦੱਸਦੇ ਜਾਂਦੇ ਆ ਕਿ ਇੰਡੀਆ ਨਵਾਂ ਸ਼ਹਿਰ ਜਲੰਧਰ ਵਿੱਚ ਵੀ ਮਡਾਲੀ ਸ਼ਰੀਫ ਪਿੰਡ ਵਿੱਚ ਇਹੀ ਮੇਲਾ ਇਹਨਾਂ ਤਾਰੀਖਾਂ ਵਿੱਚ ਹੀ ਲੱਗਦਾ ਹੈ, ਜੋ ਕਿ ਪੰਜਾਬ ਦੀ ਤਾਰੀਖ ਦਾ ਬਹੁਤ ਵੱਡਾ ਮੇਲਾ ਮੰਨਿਆ ਜਾਂਦਾ ਹੈ ਔਰ ਇਹ ਮੇਲਾ 5 ਦਿਨ ਤੱਕ ਜਾਰੀ ਰਹਿੰਦਾ ਹੈ। ਸਮਾਂ ਬਦਲ ਗਿਆ, ਹੁਣ ਉਹ ਮੇਲਿਆਂ ਦੀਆਂ ਰੌਣਕਾਂ ਵੀ ਨਹੀਂ ਰਹੀਆਂ, ਕਿਉਂਕਿ ਇੰਟਰਟੇਨਮੈਂਟ ਦੇ
ਹੋਰ ਬਹੁਤ ਸਾਰੇ ਤਰੀਕੇ ਸਾਡੇ ਸਾਹਮਣੇ ਆ ਚੁੱਕੇ, ਜਿਨ੍ਹਾਂ ਵਿੱਚ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਹ ਵੀ ਕਿਸੇ ਇੰਟਰਟੇਨਮੈਂਟ ਤੋਂ ਘੱਟ ਨਹੀਂ। ਲੋਕ ਆਪਣੇ ਘਰ ਬੈਠੇ ਹੀ ਇਹਨਾਂ ਮੇਲਿਆਂ ਨੂੰ ਲਾਈਵ ਦੇਖ ਸਕਦੇ ਆ। ਜਿਹੜੇ ਬੰਦੇ ਉੱਥੇ ਆ ਕੇ ਦੇਖਦੇ ਸੀ, ਹੁਣ ਉਹ ਆਪਣੇ ਘਰ ਹੀ ਬੈਠੇ ਇਹਨਾਂ ਮੇਲਿਆਂ ਨੂੰ ਦੇਖ ਲੈਂਦੇ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਇੰਟਰਟੇਨਮੈਂਟ ਦੇ ਜ਼ਰੀਏ ਜਿਹੜੇ ਇਹ ਮੇਲਿਆਂ ਦੀਆਂ ਰੌਣਕਾਂ ਨੂੰ ਖਾ ਗਏ ਆ। ਤੇ ਅੱਜ ਵੀ ਲੋੜ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ, ਇੰਤਜ਼ਾਮੀਆਂ ਨੂੰ ਆਪਣਾ ਕਿਰਦਾਰ ਅਦਾ ਕਰਦਿਆਂ ਹੋਇਆਂ ਇਹਨਾਂ ਮੇਲਿਆਂ ਨੂੰ ਲੜਾਈ ਝਗੜਿਆਂ ਤੋਂ ਬਚਾ ਕੇ ਲੋਕਾਂ ਨੂੰ ਮਹਿਫੂਜ਼ ਕਰਕੇ ਇਹਨਾਂ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ। ਅਸਲਾਮੁਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ। ਇਹ ਸਾਡੇ ਇਲਾਕੇ 'ਚ ਜਾਣੀ ਕਿ ਸਾਹੀਵਾਲ ਦੇ ਇਸ ਇਲਾਕੇ ਨੇ ਸਭ ਤੋਂ ਮੰਨਿਆ ਤੰਨਿਆ ਲੰਗਰ ਦੇ ਹਿਸਾਬ ਨਾਲ। ਉੱਦਾਂ ਤੇ ਬਹੁਤ ਵੱਡੇ ਵੱਡੇ ਇੱਥੇ ਬਜ਼ੁਰਗਾਂ ਦੇ ਦਰਬਾਰ ਨੇ, ਲੇਕਿਨ ਜਿਹੜਾ ਲੰਗਰ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਜਿਹੜਾ ਇੱਥੇ ਆਸੇ-ਪਾਸੇ ਏਰੀਏ 'ਚ ਮੰਨਿਆ ਜਾਂਦਾ ਦਰਬਾਰ ਸੈਯਦ ਬਾਬਾ ਅਬਦੁੱਲਾ ਸ਼ਾਹ ਕਾਦਰੀ ਸਰਕਾਰ ਮੰਡਾਲੀ ਸ਼ਰੀਫ ਦਾ ਦਰਬਾਰ ਆ। ਠੀਕ ਹੈ ਨਾ ਜੀ। ਇਹ 47 ਵੇਲੇ ਆਏ ਸੀ ਇੱਥੇ। ਇਹ ਪਹਿਲੋਂ ਇਹ ਯਾਨੀ ਕਿ ਇਹਨਾਂ ਜਿੱਥੇ ਆ ਕੇ ਬੈਠੇ ਨੇ ਇਹ 87 ਏ6 ਮਹਿਮੂਦ ਸ਼ਾਹ ਵਾਲੀ ਦੀ ਬਾਤੀ ਸੀਗੀ। ਤੇ ਯਾਨੀ ਕਿ ਜਦੋਂ ਅੰਗਰੇਜ਼ਾਂ ਨੇ ਗੱਜੀ ਬਰਬਾਦ ਕੀਤੀ ਆ ਤੇ ਫਸਟ ਵਾਰ ਦੇ ਫੌਜੀਆਂ ਨੂੰ ਰਕਬੇ ਲਾਟ ਕੀਤੇ ਆ। ਜਿਸ ਜਗ੍ਹਾ ਤੇ ਆ ਕੇ ਬਾਬਾ ਜੀ ਹੁਣੀ ਆ ਕੇ ਬੈਠੇ ਨਾ, ਇਹ ਲਾਲਾ ਅਮਰਨਾਥ ਦੀ ਹਵੇਲੀ ਸੀ। ਉਹਨੂੰ ਇਹ 8 ਮਰਬੇ ਮਿਲੇ ਸੀ ਫਸਟ ਵਾਰ ਲੜਾਈ ਤੋਂ ਬਾਅਦ। ਉਸ ਹਵੇਲੀ 'ਚ ਬਾਬੇ ਹੁਣੀ ਆ ਕੇ ਬੈਠੇ ਨੇ। 47 ਤੋਂ ਬਾਅਦ ਉੱਥੋਂ ਹੀ ਇੰਡੀਆ 'ਚ ਜ਼ਿਲ੍ਹਾ ਜਲੰਧਰ, ਤਹਿਸੀਲ ਨਵਾਂ ਸ਼ਹਿਰ, ਫਗਵਾੜੇ ਦੇ ਲਾਗੇ ਪਿੰਡ ਆ ਮੰਡਾਲੀ ਸ਼ਰੀਫ, ਸੈਯਦ ਬਾਬਾ ਅਬਦੁੱਲਾ ਸ਼ਾਹ ਸਰਕਾਰ ਦਾ ਸਹੀ ਦਰਬਾਰ ਸ਼ਰੀਫ ਉੱਥੇ ਆ। ਤੇ ਜਿਹੜੇ ਉਸ ਵਕਤ ਉੱਥੋਂ ਦੇ ਗੱਦੀ ਨਸ਼ੀਨ ਸੀ ਹੈ ਲਖਪੁਰ ਸਾਨਣੀ ਦੇ ਸਨ। ਇਹ ਦੋ ਪਿੰਡ ਨੇ, ਲਖਪੁਰ ਲਹਿਦਾ ਵੇ, ਸਾਨਣੀ ਲਹਿਦਾ। ਬਾਬਾ ਜੀ ਹੁਣੀ ਲਖਪੁਰ ਦੇ ਸਨ ਤੇ ਲੇਕਿਨ ਬੋਲੇ ਇਕੱਠੇ ਜਾਂਦੇ ਨੇ ਲਖਪੁਰ ਸਾਨਣੀ। ਇਹ ਲਖਪੁਰ ਦੇ ਸਨ ਸਾਈਂ ਨੂਰੇ ਸ਼ਾਹ ਸਰਕਾਰ। ਇਹ 47 ਵੇਲੇ ਉੱਥੋਂ ਹਿਜਰਤ ਕਰਕੇ ਤੇ ਇੱਥੇ ਆਏ ਨੇ ਤੇ ਇਹ ਜਗ੍ਹਾ ਉਹਨਾਂ ਨੂੰ ਇੱਥੇ ਆ ਕੇ ਪਸੰਦ ਆਈ। ਫਿਰ ਇਹਦਾ ਨਾਮ ਉਹਨਾਂ ਨੇ ਇਹ ਸਰਾਏ ਅਮਰਨਾਥ ਤੋਂ ਬਾਅਦ 'ਚ ਯਾਨੀ ਕਿ ਮੰਡਾਲੀ ਸ਼ਰੀਫ ਰੱਖਿਆ। ਤੇ ਪਹਿਲੀ ਦਫਾ ਮੇਲਾ ਜਿਹੜਾ 1948 'ਚ ਲਵਾਇਆ ਵਾ। 14 ਹਾੜ ਵਾਲੇ ਦਿਨ ਬਾਬੇ ਹੁਣੀ ਬੈਠਕ 'ਚ ਆ ਜਿਹੜੀ ਤੁਸੀਂ ਹੁਣ ਬੈਠਕ ਵੇਖ ਰਹੇ ਹੋ ਨਾ, ਇਹ ਸਰਾਏ ਬਣਾਇਆ ਸੀਗਾ ਲਾਲੇ ਅਮਰਨਾਥ ਨੇ ਨਾਂਗੇ ਟੱਪਣ ਵਾਲਿਆਂ ਵਾਸਤੇ। ਬਾਹਰ ਖੂਹੀ ਸੀ, ਖੂਹੀ ਦੇ ਉੱਤੇ ਅਸੀਂ ਆਪ ਫੱਟੀ ਲੱਗੀ ਵੇਖਦੇ ਰਹੇ ਹਾਂ। ਸਰਾਏ ਅਮਰਨਾਥ ਬਾਬਾ ਜੀ ਹੁਣ ਖੂਹੀ ਪੂਰ ਕੇ ਨਲਕਾ ਲਵਾਇਆ। ਨਲਕੇ ਤੋਂ ਬਾਅਦ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਹੁਣ ਮੋਟਰ ਲਵਾਈ ਤੇ ਨਾਲ ਵਾਸ਼ਰੂਮ ਵੀ ਬਣਾਏ ਤੇ ਟੂਟੀਆਂ ਵੀ ਲਵਾਈਆਂ। ਯਾਨੀ ਕਿ ਉਹ ਜਿਹੜੀ ਉਹ ਲਾਲੇ ਅਮਰਨਾਥ ਨੇ ਉਦੋਂ ਸ਼ੁਰੂ ਕੀਤਾ ਸੀ ਰਾਹਗੀਰਾਂ ਵਾਸਤੇ, ਉਹ ਯਾਨੀ ਕਿ ਉਹਨਾਂ ਦਾ ਹਲੇ ਵੀ ਉਹ ਸਿਲਸਿਲਾ ਇੱਥੇ ਚੱਲ ਰਿਹਾ। ਆ ਜਿਹੜੀ ਬੈਠਕ ਆ, ਇਸ ਬੈਠਕ ਦੇ ਵਿੱਚ ਸਾਈਂ ਨੂਰੇ ਸ਼ਾਹ ਸਰਕਾਰ ਹੁਣੀ ਉਦੋਂ 14 ਹਾੜ ਵਾਲੇ ਦਿਨ ਅੰਦਰ ਬੈਠੇ ਸੀਗੇ। ਇੱਕ ਪੀਰਾਂ ਦਾ ਮੇਲਾ ਸ਼ੁਰੂ ਹੋਣ ਵਾਲਾ ਤੇ ਅਸੀਂ ਇੱਥੇ ਆ ਤੇ ਮੇਲਾ ਪਤਾ ਨਹੀਂ ਹੁਣ ਕਿੱਦਾਂ ਹੋਣਾ। ਕਿ ਇਹਨਾਂ ਪਰੇਸ਼ਾਨ ਸੀ, ਰੋ ਰਿਹਾ ਸੀ ਅੰਦਰ ਬੈਠੇ। ਇੰਨੇ ਦੇਰ 'ਚ ਬਾਹਰੋਂ ਬਾਬੇ ਉਹਨਾਂ ਦੇ ਜਿਹੜੇ ਕੰਮੀ ਆ ਜਿਹੜੇ ਨਾਲ ਹੀ ਉੱਥੋਂ ਆਏ ਨੇ, ਜਿਹੜੇ ਲਾਂਗਰੀ ਸੀ, ਉਹਨਾਂ ਨੇ ਆ ਕੇ ਦੱਸਿਆ ਕੋਈ ਬਜ਼ੁਰਗ ਆਏ ਗੱਡਾ ਲੈ ਕੇ, ਇੱਕ ਬੱਕਰਾ ਵਾ, ਆਟਾ ਵਾ, ਦਾਲ ਆ ਤੇ ਨਾਲ ਕੋਈ ਜੋ ਵੀ ਸਮਾਨ ਆ ਸਾਰਾ ਆਇਆ ਵਾ। ਤੇ ਬਾਬੇ ਹੁਣ ਕਿਹਾ ਉਹਨਾਂ ਨੂੰ ਬਿਠਾ ਕੇ ਪਾਣੀ ਪੂਣੀ ਪਿਲਾਓ ਤੇ ਮੈਂ ਆਇਆ ਸ਼ੁਕਰਾਨੇ ਦੀ ਨਫਲ ਕਰ ਲਵਾਂ। ਉਹ ਜਦੋਂ ਬਾਹਰ ਆਏ ਤੇ ਵੇਖਿਆ ਬਾਹਰ ਬਜ਼ੁਰਗ ਹਨ, ਇੱਥੇ ਗੱਡੇ ਦਾ ਸਮਾਨ ਸਾਰਾ ਲਾ ਕੇ ਜਾ ਚੁੱਕੇ। ਤੇ ਬਾਬੇ ਹੁਣੀ ਬਾਹਰ ਉਹਨੂੰ ਦੱਸਿਆ, ਉਹਨਾਂ ਕਿ ਸਾਈਆਂ ਨੇ ਆਪਾਂ ਨੂੰ ਇਜਾਜ਼ਤ ਦੇ ਦਿੱਤੀ, ਆਪਾਂ ਮੇਲਾ ਇੱਥੇ ਲਵਾਉਣਾ। ਯਾਨੀ ਕਿ ਸਵੇਰੇ ਮੇਲਾ ਆਪਣਾ ਇੱਥੇ ਹੋਏਗਾ। ਯਾਨੀ ਕਿ ਇੰਡੀਆ ਵਿੱਚ ਪਹਿਲੋਂ 7 ਦਿਨ ਹੁੰਦਾ ਸੀ, ਹੁਣ 5 ਦਿਨ ਹੁੰਦਾ ਵਾ। ਤੇ ਇੱਥੇ ਉਹਨਾਂ ਨੇ ਬਾਬੇ ਹੁਣ 3 ਦਿਨ ਦੌੜਾਉਣਾ ਸ਼ੁਰੂ ਕੀਤਾ। ਉਹ ਪੈਂਤਨ ਪਾਕ ਦੇ ਨਾਮ ਦੇ 5 ਖਤਮ ਦਵਾਉਂਦੇ ਨੇ। 14 ਹਾੜ ਵਾਲੇ ਦਿਨ ਬਾਬੇ ਹੁਣਾਂ ਦੀ ਮਹਿੰਦੀ ਹੁੰਦੀ ਨੇ ਸੈਯਦ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਸਰਕਾਰ ਦੀ। ਤੇ ਅਸੀਂ ਉੱਥੇ ਇੰਡੀਆ 'ਚ ਵੇਖਿਆ ਤੇ ਉਹ ਹੱਥ ਉੱਤੇ ਲਾਉਂਦੇ ਨੇ, ਲੇਕਿਨ ਹੈ ਸਜਦਾਂ ਦੀ ਮਹਿੰਦੀ। ਸਜਦਾ ਦੀ ਮਹਿੰਦੀ ਤੇ ਏਡੀ ਯਾਨੀ ਕਿ ਲਾਉਣੀ ਏਡੀ ਸੌਖੀ ਨਹੀਂ ਗੀ। ਇਹ ਯਾਨੀ ਕਿ ਦਰਬਾਰ ਤੇ ਜਿਹੜੇ ਨਿਸ਼ਾਨ ਸਾਹਿਬ ਲਾਏ ਸੀ ਇੱਥੇ, ਵੱਡਾ ਨਿਸ਼ਾਨ ਉਹਨਾਂ ਨੇ ਮੁਹੰਮਦ ਹਸਨ ਅਲੈਹਿਸਲਾਮ ਦੇ ਨਾਮ ਦਾ ਤੇ ਛੋਟਾ ਨਿਸ਼ਾਨ ਮੁਹੰਮਦ ਹੁਸੈਨ ਅਲੈਹਿਸਲਾਮ ਦੇ ਨਾਮ ਦਾ ਲਾਇਆ ਸੀ। ਉਹਦੇ ਥੱਲੇ ਹੀ ਰੱਖ ਦਿੰਦੇ ਨੇ ਸਾਡੇ ਮਹਿੰਦੀ ਕਿ ਉਹਨਾਂ ਦਾ ਹੀ ਆ ਜੋ ਵੀ ਹੈ ਇੱਥੇ, ਜੋ ਵੀ ਸਿਲਸਿਲਾ ਹੈ। ਕਿਉਂਕਿ ਜਿਹੜੇ ਸੈਯਦ ਬਾਬਾ ਅਬਦੁੱਲਾ ਸ਼ਾਹ ਕਾਦਰੀ ਸਰਕਾਰ ਸੀ, ਇਹ ਮੌਲਾ ਅਲੀ ਅਲੈਹਿਸਲਾਮ ਦੇ ਵੱਡੇ ਬੇਟੇ ਮੁਹੰਮਦ ਹਸਨ ਅਲੈਹਿਸਲਾਮ ਦੀ ਲਾਸ਼ ਚੋਂ ਆ ਸੈਯਦ ਬਾਬਾ ਅਬਦੁੱਲਾ ਸ਼ਾਹ ਕਾਦਰੀ ਸਰਕਾਰ। ਤੇ ਫੈਜ਼ ਇਹਨਾਂ ਨੂੰ ਮੁਹੰਮਦ ਹੁਸੈਨ ਅਲੈਹਿਸਲਾਮ ਦੀ ਲਾਸ਼ ਚੋਂ ਮਿਲਿਆ ਸੀ। ਯਾਨੀ ਕਿ ਇਹਨਾਂ ਜਿਹੜੇ ਪੀਰੋ ਮੁਰਸ਼ਿਦ ਸੀਗੇ ਬਾਬੇ ਅਬਦੁੱਲਾ ਸ਼ਾਹ ਸਰਕਾਰ ਦੇ ਗੌਸ ਪਾਕ ਦੇ ਦਰਬਾਰ ਤੇ ਉਹ ਗੱਦੀ ਨਸ਼ੀਨ ਸਨ ਉੱਥੇ। ਉਸ ਵਕਤ 1840 ਦੀ ਕੋਈ ਗੱਲ ਕਰਦਾ, ਕੋਈ ਬਾਅਦ ਦੀ ਗੱਲ ਕਰਦਾ, ਇਹ ਪੱਕਾ ਨਹੀਂ ਪਤਾ। ਤੇ ਸੈਯਦ ਉਸਮਾਨ ਸ਼ਾਹ ਸਰਕਾਰ, ਉਹਨਾਂ ਨੇ ਬਾਬੇ ਅਬਦੁੱਲਾ ਸ਼ਾਹ ਸਰਕਾਰ ਨੂੰ ਇੱਥੇ ਪੰਜਾਬ 'ਚ ਭੇਜਿਆ ਸੀ ਕਿ ਜਾ ਉੱਥੇ ਗੌਸ ਪਾਕ ਸਰਕਾਰ ਦਾ ਨਾਮ ਉੱਥੇ ਜਾ ਕੇ ਰੋਸ਼ਨ ਕਰ। ਤੇ ਉਹ ਫਿਰ ਇੱਥੇ ਆਏ ਸੀ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਪਿਛਲੀ ਵੀਡੀਓ ਵੀ ਦੱਸਿਆ ਸੀਗਾ, ਬਾਬੇ ਅਬਦੁੱਲਾ ਸ਼ਾਹ ਸਰਕਾਰ ਤੋਂ ਬਾਅਦ ਗੱਦੀ ਨਸ਼ੀਨ ਇਸ ਦਰਬਾਰ ਤੇ ਅੰਮਾ ਜੀ ਕਰਮ ਬੀਬੀ ਸਨ। ਅੰਮਾ ਜੀ ਕਰਮ ਬੀਬੀ ਤੋਂ ਬਾਅਦ ਫਿਰ ਸਾਈਂ ਨੂਰੇ ਸ਼ਾਹ ਸਰਕਾਰ ਤੇ ਅੰਮਾ ਜੀ ਕਰਮ ਬੀਬੀ ਦੀ ਬੇਟੀ ਅੰਮਾ ਜੀ ਰਹਿਮਤ ਬੀਬੀ ਸਨ। 47 ਵੇਲੇ ਉਹ ਇੱਥੇ ਆ ਗਏ। ਅਲੀ ਅਹਿਮਦ ਨੇ ਕਹਿੰਦਾ ਸੀ ਮੈਂ ਨਹੀਂ ਆਉਣਾ, ਉਹ ਉੱਥੇ ਰਹਿ ਗਿਆ ਸੀ। ਉਹ ਤੇ ਫਿਰ ਬੀਬੀ ਹੁਣ ਸਾਈਂ ਨੂਰੇ ਸ਼ਾਹ ਸਰਕਾਰ ਨੂੰ ਇੱਥੇ ਆ ਗਏ। ਫਿਰ ਇਹਨਾਂ ਨੇ ਪਹਿਲਾ ਮੇਲਾ ਲਵਾਇਆ ਨਿਸ਼ਾਨਾ ਤੋਂ ਬਗੈਰ ਹੀ, ਕਿਉਂਕਿ
ਪਤਾ ਨਹੀਂ ਸੀ ਕਿਹੜਾ ਕਿੱਥੇ ਬੈਠਾ ਕਿਹੜਾ ਕਿੱਥੇ ਬੈਠਾ। ਫਿਰ 1948 ਦੇ ਵਿੱਚ ਤੁਹਾਨੂੰ ਆ ਖੱਤ ਵੀ ਵਿਖਾਇਆ ਜਾਏਗਾ। ਜਦੋਂ ਫਿਰ 1948 'ਚ ਮੇਲਾ ਲਗਾਉਣ ਤੋਂ ਬਾਅਦ ਤੇ ਫਿਰ ਸਾਈਂ ਹੋਰਾਂ ਨੇ ਖੱਤ ਉੱਥੇ ਅਲੀ ਅਹਿਮਦ ਨੂੰ ਲਿਖਿਆ ਸੀ, ਸਾਡੇ ਦੀਆਂ 2 ਤਖਤੀਆਂ ਇੱਥੇ, ਇੱਕ ਦਰਬਾਰ ਦੇ ਅੰਦਰ ਬਾਹਰ ਤਖਤੀ ਲੱਗੀ ਆ, ਇੱਕ ਦਰਬਾਰ ਦੇ ਬਾਹਰ ਲੱਗੀ ਆ ਜਿੱਥੇ ਵਫਾਤ ਲਿਖੀ ਬਾਬੇ ਅਬਦੁੱਲਾ ਸ਼ਾਹ ਸਰਕਾਰ ਦੀ, ਇੱਕ ਅੰਦਰ ਤਖਤੀ ਆ। ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ, ਲੇਕਿਨ ਸਾਰਾ ਕੁਝ ਇਸ ਤਖਤੀ ਵਿੱਚ ਆ। ਅਸੀਂ ਤੇ ਆਸੇ ਪਾਸੇ ਦੇ ਜਿੰਨੇ ਵੀ ਆ, ਜਿੱਦਾਂ ਕਹਿੰਦੇ ਨੇ ਮੱਕੇ ਬੁੱਧ ਬੁੱਧੂ, ਤੇ ਆਸੇ ਪਾਸੇ ਬੈਠੇ ਕਿ ਬਾਬਾ ਸਾਨੂੰ ਲੰਗਰ ਟਾਈਮ ਨਾਲ ਦੇ ਦਿਓ ਤੇ ਲੰਗਰ ਘਰ ਜਾ ਕੇ ਖਾਈਏ ਬਸ। ਲੇਕਿਨ ਕਦੀ ਇਹ ਨਹੀਂ ਪੁੱਛਿਆ ਰੱਬ ਲੱਭਣਾ ਤੇ ਕਿੱਦਾਂ ਲੱਭਣਾ। ਉਹ ਤਖਤੀ ਤੇ ਲਿਖਿਆ ਜੋ ਵੀ ਹੈਗਾ ਤੇ ਉਹਦੇ ਵਿੱਚ ਹਿਸਾਬ ਆ। ਤੁਹਾਨੂੰ ਉਹ ਵੀ ਤਖਤੀ ਵਿਖਾ ਦਿਓ ਦਰਬਾਰ ਦੇ ਅੰਦਰ ਬਾਹਰ ਲੱਗੀ ਹੈ ਉਹ ਤਖਤੀਆਂ, ਤੇ ਬਾਬੇ ਅਬਦੁੱਲਾ ਸ਼ਾਹ ਸਰਕਾਰ ਦਾ ਕੁਰਾਨ ਸ਼ਰੀਫ ਉਹ ਮੰਗਾਇਆ ਸੀ। ਉਹ ਖੱਤ ਵੀ ਤੁਹਾਨੂੰ ਵਿਖਾਉਂਦੇ ਆ। ਉਹ ਖੱਤ ਵਿੱਚ ਸਾਰਾ ਕੁਝ ਲਿਖਿਆ ਕਿ ਉਹਨਾਂ ਨੇ ਕਿਹਾ ਸੀ ਮੈਂ ਭੇਜ ਦਿੱਤੇ ਆ, ਜੰਡਿਆਲੀ ਦਾ ਕੋਈ ਬੰਦਾ ਆਇਆ ਸੀ ਉਹਦੇ ਹੱਥ ਤੇ ਤੁਹਾਨੂੰ ਮਿਲ ਜਾਣਗੇ। ਤੇ ਫਿਰ ਅਗਲੀ ਵਾਰ ਫਿਰ ਉਹ ਜਿਹੜਾ ਸਨ 1949 'ਚ ਮੇਲਾ ਲਵਾਇਆ, ਸਾਈਂ ਮਿਹਰਬਾਨ ਹੁੰਦੇ ਸਨ ਜਿਹੜੇ, ਉੱਥੇ ਵੀ ਨਿਸ਼ਾਨ ਸਾਹਿਬ ਸੀਂਦੇ ਸੀ, ਬਹਿਰਾਮ ਦੇ ਸਨ। ਫੈਸਲਾਬਾਦ ਜਿਹਦਾ ਪੁਰਾਣਾ ਨਾਂ ਲਾਇਲਪੁਰ ਸੀ, ਉੱਥੇ ਸੀ ਸਾਈਂ ਨੂਰੇ ਸ਼ਾਹ ਸਾਹਿਬ ਉਹਨਾਂ ਨੂੰ ਉੱਥੋਂ ਸਰਕਾਰ ਉਹਨਾਂ ਨੇ ਲੱਭਿਆ, ਲਿਆਂਦਾ ਅਗਲੇ ਸਾਲ ਇੱਥੇ ਨਿਸ਼ਾਨ ਸਾਹਿਬ ਸਵਾ ਕੇ ਉਹ ਬਾਂਸ ਬੂਸ ਸਾਰਾ ਬਣਾ ਕੇ ਤੇ ਫਿਰ ਇੱਥੇ ਲਵਾਏ ਸੀ। ਤੇ ਫਿਰ ਉਹਨਾਂ ਦੇ ਸਿਰ ਤੇ ਜਾਣ ਲੱਗੇ, ਇਹਨਾਂ ਨੇ ਪੱਗ ਬੰਨ੍ਹਤੀ ਸੀ ਕਿ ਤੂੰ ਸਾਡਾ ਨਾਂ ਨਾ ਉੱਥੇ ਰੋਸ਼ਨ ਕਰੀ। ਉਹਨਾਂ ਦਾ ਦਰਬਾਰ ਸੀ ਉੱਥੇ ਫੈਸਲਾਬਾਦ, ਉੱਥੇ ਵੀ ਮੇਲਾ ਬਾਬੇ ਅਬਦੁੱਲਾ ਸ਼ਾਹ ਸਰਕਾਰ ਦਾ ਲੱਗਦਾ, ਲੇਕਿਨ ਉਹ ਲਾਉਂਦੇ 2 ਦਿਨ 15 ਔਰ 16 ਹਾੜ ਨੂੰ। ਤੇ ਇਹਦੇ ਬਾਰੇ ਦੱਸਦੇ ਫਿਰ 14 ਨੂੰ ਬਾਬੇ ਉਹਨਾਂ ਦੀ ਸਰਕਾਰ ਉਹਨੇ ਮਹਿੰਦੀ ਚੜ੍ਹਦੀ ਆ। ਤੇ ਉਹ ਜਿਹੜੀ ਰਸਮ ਚੱਲੀ ਸੀ ਉਦੋਂ ਬਾਬੇ ਅਬਦੁੱਲਾ ਸ਼ਾਹ ਸਰਕਾਰ 14 ਨੂੰ ਦੇ ਗਿਆ ਸੀ। ਤੇ ਬਾਬੇ ਹੁਣਾਂ ਨੂੰ ਹੁਣ 14 ਨੂੰ ਕੋਈ ਮਨੀ ਆਰਡਰ ਹੁੰਦਾ ਵਾ, ਇਹ ਦਰਵੇਸ਼ ਦਾ ਲੋਕੋਲਾ ਵਾ, ਉਹ ਦੱਸਦੇ ਨਹੀਂ ਕਿਸੇ ਨੂੰ ਵੀ ਕੀ ਆ ਕੀ ਨਹੀਂਗਾ। ਤੇ ਇਹਦੇ ਬਾਰੇ ਫਿਰ ਸਾਨੂੰ ਵੀ ਬਹੁਤੀ ਜਾਣਕਾਰੀ ਨਹੀਂ ਗੀ। ਤੇ 15 ਨੂੰ ਫਿਰ ਨਮਾਜ਼ ਅਸਰ ਤੋਂ ਬਾਅਦ ਬਾਬਾ ਜੀ ਹੁਣੀ ਨਿਸ਼ਾਨ ਸਾਹਿਬ ਚੜਾਉਂਦੇ ਤੇ ਫਿਰ ਵੱਡਾ ਖਤਮ ਹੁੰਦਾ ਜੀ ਨਬੀ ਪਾਕ ਸੱਲਮ ਦੇ ਨਾਮ ਦਾ। ਤੇ ਫਿਰ 16 ਨੂੰ 2 ਖਤਮ ਹੁੰਦੇ ਨੇ, ਇੱਕ ਦੁਪਹਿਰ ਨੂੰ ਇੱਕ ਸ਼ਾਮ ਨੂੰ। ਤੇ ਦੁਪਹਿਰ ਦਾ ਹੁੰਦਾ ਮੌਲਾ ਅਲੀ ਅਲੈਹਿਸਲਾਮ ਦੇ ਨਾਮ ਦਾ, ਤੇ ਸ਼ਾਮ ਨੂੰ ਹੁੰਦਾ ਬੀਬੀ ਫਾਤਿਮਾ ਜ਼ਹਰਾ ਅਲੈਹਿਸਲਾਮ ਦੇ ਨਾਮ ਦਾ। ਤੇ ਤੀਜੇ ਦਿਨ ਫਿਰ ਦੁਪਹਿਰ ਨੂੰ ਹੁੰਦਾ ਵਾ ਲੰਗਰ ਇਮਾਮ ਹਸਨ ਅਲੈਹਿਸਲਾਮ ਦਾ, ਤੇ ਸ਼ਾਮ ਨੂੰ ਹੁੰਦਾ ਇਮਾਮ ਹੁਸੈਨ ਅਲੈਹਿਸਲਾਮ ਦਾ। ਫਿਰ ਰਾਤ ਨੂੰ ਸਿੱਟ ਕਰਦੇ ਨੇ ਪੈਸਿਆਂ ਦੀ ਤੇ ਗੁਸਲ ਦੇ ਦਿਨ ਦਰਬਾਰ ਨੂੰ ਤੇ ਖਤਮ ਹੋ ਜਾਂਦਾ ਵਾ। ਫਿਰ ਕਦੀ 2 ਦਿਨ ਕਦੀ 3 ਦਿਨ ਰੈਸਟ ਹੁੰਦੀ ਹੈ। ਉਸ ਤੋਂ ਬਾਅਦ ਫਿਰ ਸਾਡੇ ਲੋਕ ਇੱਥੋਂ ਦੇ ਵਲੀਮਾ ਕਹਿ ਦਿੰਦੇ, ਬਾਬੇ ਨੂੰ ਅੱਲ ਵਧਾਈ ਲੰਗਰ ਕਹਿ ਦਿੰਦੇ ਨੇ। ਉਹ ਕਹਿੰਦੇ ਮਹਿੰਦੀ ਵੀ ਹੋ ਗਈ ਆ, ਬਰਾਤ ਵੀ ਬਾਬੇ ਨੂੰ ਡੱਕ ਲਈ ਜਿੱਦਾਂ ਪੁਰਾਣੇ ਵਕਤਾਂ ਡੱਕਦੇ ਸੀ, ਤੇ ਹੁਣ ਵਲੀਮਾ ਹੋਏਗਾ। ਤੇ ਉਧਰ ਤੇ ਹੁਣ ਦਾਲ ਦੂਲ ਜ਼ਿਆਦਾ ਚੱਲਦੇ, ਕੋਈ ਮੀਟ ਏਡਾ ਖਾਂਦੇ ਨੇ, ਸਾਡੇ ਜ਼ਿਆਦਾਤਰ ਇੱਥੇ ਮੀਟ ਹੁੰਦਾ ਵਾ। ਲੰਗਰ ਜੋ ਵੀ ਪੱਕਣਾ ਜਿੱਦਾਂ ਪੁਰਾਣੇ ਵਕਤਾਂ ਦੇਸੀ ਘੇ 'ਚ ਪੱਕਦਾ ਉਦਾਂ ਹੀ ਪੱਕਦਾ ਇੱਥੇ। ਤੇ ਲੰਗਰਾਂ ਦਾ ਤੁਹਾਨੂੰ ਮੈਂ ਦੱਸ ਦਿੰਦਾ ਵਾ। ਤੇ ਜਾਣੀ ਕਿ ਮੇਲਾ ਤੇ ਪਤਾ ਲੱਗ ਹੀ ਗਿਆ, 14 ਹਾੜ ਦੀ ਮਹਿੰਦੀ, 15, 16, 17 ਮੇਲਾ, ਤੇ 20 ਹਾੜ ਨੂੰ ਜਾਂ 21 ਹਾੜ ਨੂੰ ਬਾਬਾ ਜੀ ਹੁਣਾਂ ਦਾ ਵਲੀਮਾ ਹੁੰਦਾ। ਉਸ ਤੋਂ ਬਾਅਦ ਸਾਉਣ ਦੀ 1 ਤਰੀਕ ਨੂੰ ਗੁੜ ਦੇ ਹਲਵੇ ਦਾ ਖਤਮ ਦਵਾਉਂਦੇ ਨੇ। ਇਹਦੇ ਬਾਰੇ ਵੀ ਨਾ 2 ਹੈਗੀਆਂ ਨੇ ਗੱਲਾਂ। ਇੱਕ ਕਹਿੰਦੇ ਜੀ 23 ਜੇਠ ਨੂੰ ਬਾਬਾ ਜੀ ਹੁਣਾਂ ਨੇ ਦੁਨੀਆ ਪਰਦਾ ਕੀਤਾ, 23 ਜੇਠ ਤੋਂ ਲੈ ਕੇ ਸਾਉਣ ਦੀ 1 ਤੱਕ 1.25 ਮਹੀਨਾ ਖਤਮ ਬਣਦਾ। ਤੇ ਬਾਬਾ ਅਬਦੁੱਲਾ ਸ਼ਾਹ ਸਰਕਾਰ ਨੇ ਆਪਦੇ ਹੱਥੀਂ ਦਵਾਇਆ ਸੀ। ਕਈ ਕਹਿੰਦੇ ਸੀਗੇ ਇਹ ਇਸ ਤਰੀਕ ਨੂੰ ਬੀਬੀ ਸਾਈਂ ਹੁਣੀ ਬੈਠੇ ਸੀਗੇ ਫਲੋਰ ਕਿਲੇ ਦੇ ਲਾਗੇ, ਤੇ ਕੋਈ ਰਾਣੀ ਅੰਮਾ ਜੀ ਸੀ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਹਲਵਾ ਪਹਿਲੀ ਵਾਰੀ ਖਵਾਇਆ ਸੀਗਾ। ਤੇ ਯਾਨੀ ਕਿ ਇਹਨਾਂ ਨੇ ਚੱਖਿਆ ਸੀ ਕਿ ਅੱਲਾ ਦੀ ਬੰਦਗੀ ਖਾਦੇ ਪੀਤੇ ਬੜੀ ਦੇਰ ਹੋ ਗਈ ਸੀ। ਤੇ ਉਸ ਤਰੀਕ ਦੇ ਹਿਸਾਬ ਨਾਲ ਕਿ ਇਹਨਾਂ ਨੇ ਹਲਵੇ ਦਾ ਖਤਮ ਬਾਬੇ ਅਬਦੁੱਲਾ ਸ਼ਾਹ ਸਰਕਾਰ ਨੇ ਦਵਾਉਣਾ ਸ਼ੁਰੂ ਕੀਤਾ। ਇਹਦੇ ਬਾਅਦ ਫਿਰ 22 ਭਾਦੋਂ ਨੂੰ ਹੁੰਦਾ ਸਾਈਂ ਭੂਰੀ ਵਾਲੀ ਸਰਕਾਰ ਦਾ ਖਤਮ ਜੀ। ਇਹ ਮਿੱਸੀ ਰੋਟੀ ਤੇ ਹੁੰਦਾ ਵਾ, ਇਹ ਉਨਾ ਹੀ ਵੇਸਣ ਹੁੰਦਾ ਵਾ ਜੀ, ਉਨੀਆਂ ਹੀ ਮਿਰਚਾਂ, ਉਨਾ ਹੀ ਲੂਣ ਤੇ ਉਨਾ ਹੀ ਗਰਮ ਮਸਾਲਾ ਉੱਤੇ ਬਣਾ ਕੇ ਨਾ ਦਵਾਇਆ ਜਾਂਦਾ। ਪਹਿਲਾਂ ਤਾਂ ਲੋਕਾਂ ਨੂੰ ਮਿੱਸੀ ਰੋਟੀ ਦਿੱਤੀ ਜਾਂਦੀ, ਲੇਕਿਨ ਲੋਕਾਂ ਨੂੰ ਖਾ ਨਹੀਂ ਹੁੰਦੀ, ਉਹ ਫਿਰ ਦਾਲ ਚਾਵਲ ਪਕਾ ਲੈਂਦੇ ਨੇ ਲੈਦਾ। ਤੇ ਫਿਰ 16 ਮੱਘਰ ਨੂੰ ਅੰਮਾ ਜੀ ਰਹਿਮਤ ਬੀਬੀ ਸਰਕਾਰ ਦਾ ਖਤਮ ਹੁੰਦਾ ਵਾ ਜੀ। ਉਹ ਸ਼ਲਜਮ ਗੋਸ਼ਤ ਜ਼ਿਆਦਾ ਪਸੰਦ ਕਰਦੇ ਸੀ, ਤੇ ਉਹਦਾ ਸ਼ਲਜਮ ਗੋਸ਼ਤ ਹੋ ਗਿਆ, ਮੱਛਲੀ ਵੀ ਤਲਦੇ ਨੇ, ਉਹਨਾਂ ਤੇ ਖਤਮ ਦਵਾਇਆ। ਜਾਣੀ ਕਿ ਇਸ ਦਰਬਾਰ ਦੀ ਇਹ ਰੀਤ ਆ, ਜਿਹੜਾ ਵੀ ਮਲੰਗ ਜਾਂ ਦਰਵੇਸ਼ ਜਾਂ ਇੱਥੋਂ ਦਾ ਗੱਦੀ ਨਸ਼ੀਨ ਜੋ ਚੀਜ਼ ਖਾਂਦਾ ਸੀ ਪਸੰਦ ਕਰਦੇ ਹਯਾਤੀ ਜੋ ਖਤਮ ਸ਼ਰੀਫ ਉਹਦੇ ਉੱਤੇ ਹੀ ਦਵਾਇਆ ਜਾਂਦਾ ਵਾ, ਲੋਕਾਂ ਨੂੰ ਵੀ ਉਹੀ ਖਵਾਇਆ ਜਾਂਦਾ ਵਾ। ਤੇ ਫਿਰ 16 ਪੌਹ ਨੂੰ ਜਿਹੜੇ ਦਾਤਾ ਮੰਡਾਲੀ ਸਾਈਂ ਕਾਲੀ ਸ਼ਾਹ ਸਰਕਾਰ ਬੀਬੀ ਜੀ ਹੁਣਾਂ ਤੋਂ ਬਾਅਦ ਇੱਥੇ ਗੱਦੀ ਨਸ਼ੀਨ ਹੋਏ ਸਨ ਦਰਬਾਰ ਤੇ, ਜਿਹੜੇ ਨੋਰੇ ਭੋਰੇ ਦੇ ਸੀ। ਇਹ ਵੀ ਨਾ ਲਹਿਦਾ ਦਾ ਪਿੰਡ ਵਾ, ਤੇ ਤਾਂ ਨੋਰਾ ਭੋਰਾ ਕਹਿੰਦੇ, ਤੇ ਹੈ ਬੇਸਿਕਲੀ ਭੋਰੇ ਦੇ ਸੀ, ਤੇ ਨੋਰੇ ਭੋਰੇ ਦੇ ਪਿੱਛੋਂ ਉਹਨਾਂ ਦਾ ਖਤਮ ਹੁੰਦਾ ਜੀ 16 ਪੌਹ ਨੂੰ ਜੀ। ਤੇ ਖਤਮ ਤੇ ਮੱਕੀ ਦੀ ਰੋਟੀ ਤੇ ਸਰਸੋਂ ਦੇ ਸਾਗ ਤੇ ਦਵਾਇਆ ਜਾਂਦਾ ਵਾ, ਕਿਉਂਕਿ ਉਹਨਾਂ ਨੂੰ ਪਸੰਦ ਸੀ, ਲੇਕਿਨ ਉਹ ਇੰਨਾ ਪਕਾ ਨਹੀਂ ਸਕਦੇ ਕਿ ਲੋਕਾਂ ਨੂੰ ਖਵਾਇਆ ਜਾਵੇ। ਉਹ ਖਤਮ ਤੇ ਜਿਹੜੇ ਬੰਦੇ ਬੈਠੇ ਹੁੰਦੇ ਨੇ ਉਹਨਾਂ ਨੂੰ ਦਵਾਇਆ ਜਾਂਦਾ। ਤੇ ਆਮ ਫਿਰ ਚਾਵਲ ਹੁੰਦੇ ਨੇ ਤੇ ਨਾਲ ਦਾਲ, ਜੋ ਲੰਗਰ ਚੱਲਦਾ ਦਾਲ ਦਾ ਇੱਥੇ ਬਾਬੇ ਹੁਣਾਂ ਦੇ, ਉਹ ਹੁੰਦਾ ਵਾ। ਫਿਰ ਜਿੱਦਣ ਲੋਹੜੀ ਹੁੰਦੀ ਆ ਤੇ ਉਹਦੀ ਆਖਰੀ ਤੇ ਤਰੀਕ ਹੁੰਦੀ, ਤੇ ਮਾਘ ਦੀ 1 ਤਰੀਕ ਹੋਣੀ ਹੁੰਦੀ ਆ, ਉਦੋਂ ਫਿਰ ਸਾਈਂ ਕਾਲੂ ਸ਼ਾਹ ਸਰਕਾਰ ਦਾ ਖਤਮੇ ਪਾਕ ਹੁੰਦਾ ਵਾ, ਤੇ ਉਹਨਾਂ ਦਵਾਇਆ ਜਾਂਦਾ ਵਾ। ਉਸ ਤੋਂ ਬਾਅਦ ਫਿਰ 18 ਵਿਸਾਖ ਨੂੰ ਸਾਈਂ ਬਾਊ ਹੁਣਾਂ ਦੀ ਸਰਕਾਰ ਜੀ ਦਾ ਖਤਮ ਹੁੰਦਾ ਵਾ। ਤੇ 20 ਵਿਸਾਖ ਨੂੰ ਅੰਮਾ ਜੀ ਕਰਮ ਬੀਬੀ ਦਾ, ਵੱਡੀ ਬੀਬੀ ਜੀ ਹੁਣਾਂ ਦਾ ਇੱਥੇ ਕਹਿਆ ਜਾਂਦਾ ਵਾ, ਉਹਨਾਂ ਦਾ ਖਤਮੇ ਪਾਕ ਹੁੰਦਾ ਵਾ ਜੀ। ਤੇ
ਇਹ ਹੈਗੇ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜਿਹੜੇ ਖਤਮ ਦਵਾਉਂਦੇ, ਜ਼ਿਆਦਾਤਰ ਇਹਨਾਂ ਖਤਮ ਇੱਥੇ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਦਵਾਏ ਜਾਂਦੇ ਨੇ। ਤੇ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਖਤਮ ਤਰੀਕਾਂ ਦੇ ਹਿਸਾਬ ਨਾਲ ਇੱਕੋ ਹੀ ਖਤਮ ਹੁੰਦਾ ਵਾ, ਸਾਲ ਦੇ ਆਖਰੀ ਦਿਨ ਬਾਬਾ ਜੀ ਹੁਣੀ ਦਵਾਉਂਦੇ ਨੇ ਭੁੱਲ ਚੁੱਕ ਦਾ। ਜੇ ਚੱਲੀ ਅਹਿਮਦ ਸਰਕਾਰ ਦਾ ਵੀ ਨਾਂ ਆ ਜਾਂਦਾ, ਜੋ ਹੋਰ ਵੀ ਕਈ ਬਜ਼ੁਰਗਾਂ ਦਾ ਨਾਂ ਹੁੰਦੇ ਨੇ ਕਿ ਸ਼ਾਇਦ ਮੈਨੂੰ ਦਵਾਉਣੇ ਸੀ, ਮੈਂ ਨਹੀਂ ਦਵਾ ਸਕਿਆ, ਉਹ ਮਾਫੀ ਮੰਗਦੇ ਨੇ ਆਪਦੇ ਮੁਰਸ਼ਦ ਕੋਲ। ਉਹ ਭੁੱਲ ਚੁੱਕ ਦਾ ਖਤਮ, ਜਾਂ ਮੈਂ ਕਿਸੇ ਖਤਮ ਦੇ ਜ਼ਿਆਦਾ ਲੰਗਰ ਪਕਾਉਣਾ ਸੀ ਤੇ ਮੈਂ ਉਹਦਾ ਨਾ ਮਾਫੀ ਮੰਗਦੇ ਨੇ, ਉਹ 31 ਦਸੰਬਰ ਨੂੰ ਹੁੰਦਾ ਵਾ। ਤੇ ਸਲਾਮੀ ਮਹੀਨੇ ਦੇ ਹਿਸਾਬ ਨਾਲ ਜੀ 5 ਮੁਹਰਮ ਨੂੰ ਦਵਾਉਂਦੇ, ਬਾਬੇ ਫਰੀਦ ਦੀ ਖਿਚੜੀ ਪਕਾਉਂਦੇ ਨੇ, ਤੇ 9 ਮੁਹਰਮ ਨੂੰ ਤੇ 10 ਮੁਹਰਮ ਨੂੰ ਇਮਾਮ ਹੁਸੈਨ ਅਲੈਹਿਸਲਾਮ ਦੀ ਹੁਣਾਂ ਦਾ ਖਤਮ ਦਵਾਉਂਦੇ ਨੇ। ਤੇ ਫਿਰ 21 ਰਮਜ਼ਾਨ ਸ਼ਰੀਫ ਨੂੰ ਮੌਲਾ ਅਲੀ ਅਲੈਹਿਸਲਾਮ ਦਾ ਖਤਮੇ ਪਾਕ ਹੁੰਦਾ ਇੱਥੇ। 27 ਰਮਜ਼ਾਨ ਸ਼ਰੀਫ ਬੀਬੀ ਫਾਤਿਮਾ ਤੁ ਜ਼ਾਹਰਾ ਅਲੈਹਿਸਲਾਮ ਦਾ ਖਤਮੇ ਪਾਕ। 12 ਰਬੀ ਅਵਲ ਨੂੰ ਵਲਾਦਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਖੁਸ਼ੀ ਦੇ ਵਿੱਚ ਦਵਾਉਂਦੇ ਨੇ। ਤੇ 22 ਰਜਬ ਨੂੰ ਕੁੰਡਿਆਂ ਦਾ ਖਤਮ ਹੁੰਦਾ ਵਾ, ਹਲਵਾ ਪੂੜੀ ਦਾ ਬਾਬੇ ਹੁਣੀ ਦਵਾਉਂਦੇ ਨੇ। ਤੇ ਲੰਗਰ ਮਾਸ਼ਰਾ ਬੇਬਹਾ ਹੁੰਦਾ ਵਾ, ਤੁਸੀਂ ਵੇਖ ਵੀ ਰਹੇ ਹੋ, ਇਹ ਘੱਟ ਨਹੀਂ ਕਰਦੇ। ਔਰ ਚਾਂਦੀ 11 ਤਰੀਕ ਨੂੰ, ਹਰ ਮਹੀਨੇ ਦੀ ਚਾਂਦੀ 13 ਨੂੰ 11ਵੀਂ ਸ਼ਰੀਫ ਤੇ ਲੰਗਰ ਇੰਨਾ ਹੀ ਪੱਕਦਾ ਜਿੰਨਾ ਤੁਸੀਂ ਵੇਖ ਰਹੇ ਹੋ ਨਾ ਮੇਲੇ ਤੇ, ਇੰਨਾ ਹੀ ਪੱਕਦਾ। ਔਰ ਦੇਸੀ ਘੀ ਹੀ ਵਿੱਚ ਪੱਕਦਾ ਵਾ। ਚਨੇ ਦੀ ਦਾਲ ਹੁੰਦੀ, ਉਹ ਵੀ ਦੇਸੀ ਚਨੇ ਦੀ ਦਾਲ ਦੇ ਵਿੱਚ ਬੱਕਰੇ ਦਾ ਗੋਸ਼ਤ ਪਾ ਕੇ ਦੇਸੀ ਘੀ 'ਚ ਇਹਨਾਂ ਨੇ ਬਣਾਉਣਾ ਹੁੰਦਾ ਵਾ। ਤੇ ਮਾਸ਼ਾਅੱਲਾ ਲੰਗਰ ਬੇਬਹਾ, ਯਾਨੀ ਕਿ ਨਾ ਸਾਡੇ ਇਲਾਕੇ 'ਚ ਮਸ਼ਹੂਰ ਹੁੰਦੀਆਂ ਸੀ 3 ਚੀਜ਼ਾਂ। ਆਸੇ-ਪਾਸੇ ਕਿਤੇ ਵੀ ਚੱਲ ਜਾਣਾ ਨਾ, ਕਹਿਣਾ ਮੰਡਾਲੀ ਦੀਆਂ 3 ਚੀਜ਼ਾਂ ਮਸ਼ਹੂਰ ਹੈ ਕਿ ਇੱਥੇ ਆਲੂ ਜ਼ਿਮੀਂਦਾਰ ਸਾਡੇ ਰਾਈ ਬਰਾਦਰੀ ਆ, ਤੇ ਉਹ ਬਹੁਤ ਬੈਠੇ, ਆਲੂ ਬਹੁਤ ਆ, ਤੇ ਆਲੂਆਂ ਦਾ ਸਟੋਰ ਵੀ ਇਸ ਪਿੰਡ ਦੇ ਆਲੇ ਦੁਆਲੇ ਬਹੁਤ ਆ। ਪਿੰਡ ਤੇ ਐਵੇਂ ਛੋਟਾ ਜਿਹਾ ਵਾ ਆਬਾਦੀ ਇਹ, ਤੇ ਤਕਰੀਬਨ ਸਾਡੇ ਪਿੰਡ ਵਾਲਿਆਂ ਦੇ 12-13 ਸਟੋਰ ਆਲੂਆਂ ਦੇ ਬਣ ਜਾਂਦੇ ਨੇ। ਤੇ ਦੂਆ ਇੱਥੋਂ ਦਾ ਤੰਬਾਕੂ, ਜਿਹੜੇ ਬਾਬੇ ਹੁੱਕਿਆਂ 'ਚ ਪੀਂਦੇ ਸੀ, ਤੰਬਾਕੂ ਬੜਾ ਇੱਥੇ ਬੀਜ ਹੁੰਦਾ ਸੀ। ਤੇ ਤੀਜਾ ਬਾਬਿਆਂ ਦਾ ਲੰਗਰ। ਦੇਖੋ ਜ਼ਮੀਨ ਇੱਥੇ ਕਲੋਨੀਆਂ ਬਣ ਗਈਆਂ, ਆਲੂ ਵੀ ਖਤਮ ਹੋ ਗਿਆ ਤੇ ਤੰਬਾਕੂ ਵੀ ਹੌਲੀ-ਹੌਲੀ ਖਤਮ ਹੁੰਦਾ ਜਾਂਦਾ ਵਾ। ਤੇ ਪਹਿਲੋਂ ਵੀ ਬਾਬੇ ਦਾ ਲੰਗਰ ਹੀ ਜੇ ਮਸ਼ਹੂਰ ਸੀ, ਹੁਣ ਵੀ ਬਾਬੇ ਦਾ ਲੰਗਰ ਮਸ਼ਹੂਰ ਆ। ਤੇ ਕਹਿੰਦੇ ਤਾ ਕਿਆਮਤ ਤੱਕ ਬਾਬੇ ਮੰਡਾਲੀ ਵਾਲੇ ਦਾ ਲੰਗਰ ਮਸ਼ਹੂਰ ਹੀ ਰਹੇਗਾ। ਤੇ ਸਾਈਂ ਲੋਕ ਇੱਥੇ ਹੁੰਦੇ ਜਾਂਦੇ ਰਹਿਣਗੇ, ਤੇ ਲੇਕਿਨ ਉਹ ਸਜਦਾਂ ਦਾ ਲੰਗਰ ਹਮੇਸ਼ਾ ਚੱਲਦਾ ਔਰ ਚੱਲਦਾ ਹੀ ਰਹੇਗਾ, ਜਿਨ੍ਹਾਂ ਦੇ ਖਾਤਰ ਦੁਨੀਆ ਬਣੀ ਹੈ। ਕਿਉਂਕਿ ਅੱਲਾਹ ਤਾਲਾ ਨੇ ਵਾਜ਼ੇ ਫਰਮਾਇਆ ਕੁਰਾਨ ਸ਼ਰੀਫ ਸੋਹਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿ ਜੇ ਮੈਂ ਤੈਨੂੰ ਨਾ ਬਣਾਉਂਦਾ ਤੇ ਮੈਂ ਦੁਨੀਆ ਹੀ ਨਾ ਬਣਾਉਂਦਾ। ਇਹ ਉਹਨਾਂ ਦੀ ਆਲ ਔਲਾਦ ਆ, ਉਹਨਾਂ ਦਾ ਲੰਗਰ ਚੱਲਦਾ ਆਇਆ ਔਰ ਚੱਲਦਾ ਹੀ ਰਹਿਣਾ ਸਦਾ। ਇਹ ਲਾਲੇ ਅਮਰਨਾਥ ਨੇ 1914 'ਚ ਇਹ ਹਵੇਲੀ ਬਣਾਈ ਸੀ। ਹਵੇਲੀ ਪਿੱਛੇ ਸਨ ਤੇ ਸ਼ੁਰੂ 'ਚ ਉਹਨੇ ਨਾ ਸਰਾਏ ਬਣਾਇਆ ਸੀ। ਤੁਸੀਂ ਵੇਖੋਗੇ ਬਾਹਰੋਂ ਤੁਹਾਨੂੰ ਵਿੰਡੋ ਨਜ਼ਰ ਨਹੀਂ ਆਉਣਗੀਆਂ, ਤੇ ਅੰਦਰ ਆਓਗੇ ਤੁਹਾਨੂੰ ਵਿੰਡੋਆਂ ਨਜ਼ਰ ਆਉਣਗੀਆਂ। ਤੇ ਔਰ ਠੰਡੇ ਨੇ ਕਮਰੇ ਹਲੇ ਵੀ, ਯਾਨੀ ਕਿ ਇੰਨੀ ਨਾ ਸਰਦੀਆਂ ਨੂੰ ਗਰਮ ਹੁੰਦੇ ਨੇ ਤੇ ਗਰਮੀਆਂ ਨੂੰ ਠੰਡੇ ਕਮਰੇ ਹੁੰਦੇ ਨੇ। ਤੁਸੀਂ ਵੇਖੋ ਅੰਦਰੋਂ ਤੁਹਾਨੂੰ ਉਹ ਖਿੜਕੀਆਂ ਬਿਲਕੁਲ ਨਜ਼ਰ ਆ ਰਹੀਆਂ, ਤੇ ਬਾਹਰੋਂ ਇਹ ਖਿੜਕੀਆਂ ਨਜ਼ਰ ਨਹੀਂ ਆਉਂਦੀਆਂ। ਤੇ ਇਹ ਉਹਦੀ ਸਰਾਏ 2 ਕਮਰੇ ਢਾਹਤੇ ਸੀ, ਸਰਾਏ ਦੇ ਇੰਨੇ ਕੁ ਰੱਖੇ ਨੇ ਬਾਬੇ ਉਹਨਾਂ ਦੀ ਨਿਸ਼ਾਨੀ ਹੈ, ਪਤਾ ਨਹੀਂ ਕਰਕੇ ਰੱਖੇ, ਜਾਂ ਸਾਈਂ ਨੂਰੇ ਸ਼ਾਹ ਸਰਕਾਰ ਉਹਨਾਂ ਵੱਲੋਂ ਇਹ ਰੱਖੇ ਨੇ ਕਿ ਉਹ ਉਹਨਾਂ ਨੂੰ ਇੱਥੇ ਹੀ ਯਾਨੀ ਕਿ ਇਜਾਜ਼ਤ ਮਿਲੀ ਸੀ ਇੱਥੇ ਮੇਲਾ ਲਵਾਉਣ ਦੀ। ਤੇ ਇਹ ਜਿਹੜੇ ਉੱਤੇ ਤੁਸੀਂ ਵੇਖਦੇ ਨਾ ਗਾਰਡਨ, ਇਹ ਗਾਰਡਨ ਇਹ ਲੈਣ ਦੀ ਪੱਟਰੀ ਆ। ਤੇ ਇਹ ਉਦੋਂ ਦੀ ਆ, ਟੈਲਾਂ ਵੀ ਉਦੋਂ ਦੀਆਂ, ਤੇ ਵਿੱਚ ਬਾਲੇ ਸੀ। ਉਹ ਬਾਲੇ ਤੇ ਚਲੋ ਸੇਂਗ ਦੇ ਸਮੇਂ ਆਉਣ ਦੇ ਮੁਤਾਬਕ ਖਾ ਲਏ, ਤੇ ਹੁਣ ਟੀਅਰ ਪਾਤੇ ਨੇ। ਇਹ ਉਸ ਦੌਰ ਦੇ ਨੇ। ਦੀਵਾਰਾਂ ਵੀ ਤੁਸੀਂ ਵੇਖ ਲਓ, ਇਹ ਉਸ ਦੌਰ ਦੀਆਂ, ਲੱਕੜ ਵੀ ਉਸ ਦੌਰ ਦੀ, ਜਿਹਨੂੰ ਹਲੇ ਤੱਕ ਹੋਇਆ ਨਹੀਂ। ਤੇ ਅੱਜ ਕੱਲ੍ਹ ਤੇ 2 ਤੇ 3 ਸਾਲ ਨਹੀਂ ਕੱਢਦੇ। ਹਾਂਜੀ ਦੋਸਤੋ, ਅੱਗੇ ਫਿਰ ਮੈਂ ਤੁਹਾਡੇ ਨਾਲ ਜੋ ਅੱਗੇ ਗੱਲਾਂ ਕੀਤੀਆਂ, ਤੇ ਕਈਆਂ ਦੋਸਤਾਂ ਦੇ ਜ਼ਿਹਨਾਂ 'ਚ ਇਹ ਗੱਲਬਾਤ ਹੋਣੀ ਆ ਕਿ ਇੰਨਾ ਲੰਗਰ ਇੱਥੇ ਕਿੱਦਾਂ, ਕਿਉਂ ਪੱਕਦਾ, ਕਿਉਂ ਚੱਲਦਾ ਵਾ। ਇਹ ਪਹਿਲੇ ਤੇ ਗੱਦੀ ਨਸ਼ੀਨ ਸ਼ਾਦੀ ਨਹੀਂ ਸੀ ਕਰਾਉਂਦੇ, ਇਹਨਾਂ ਨੇ ਕਿਉਂ ਕਰਾਈ ਆ। ਇਹ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਕਿ ਬਾਬੇ ਅਬਦੁੱਲਾ ਸ਼ਾਹ ਸਰਕਾਰ ਦੀ ਸ਼ਾਦੀ ਤੇ ਨਹੀਂ ਸੀ ਹੋਈ, ਤੇ ਉਹ ਲੰਗਰ ਲੈ ਕੇ ਮੁਰਸ਼ਿਦਾਂ ਦਾ ਕੋਲੋਂ ਲੈ ਕੇ ਇੱਥੇ ਆਏ ਸੀ। ਤੇ ਇੱਥੇ ਉਹਨਾਂ ਲੰਗਰ ਸ਼ੁਰੂ ਕੀਤਾ ਸੀ। ਜਦੋਂ ਬਹਿਰਾਮ 'ਚ ਦੁਨੀਆ ਤੋਂ ਪਰਦਾ ਕਰਨ ਲੱਗੇ, ਅੰਮਾ ਜੀ ਕਰਮ ਬੀਬੀ ਜਿਹੜੀ ਇਹਨਾਂ ਤੇ ਆਸ਼ਿਕ ਹੋ ਗਈ ਸੀ, ਤਾਰਾਗੜ੍ਹ ਦੇ ਵਿੱਚ ਹੁਸ਼ਿਆਰਪੁਰ 'ਚ ਪਿੰਡ ਆ, ਤੇ ਉੱਥੇ ਵੀ ਦਰਬਾਰ ਬਾਬੇ ਅਬਦੁੱਲਾ ਸ਼ਾਹ ਸਰਕਾਰ ਦਾ ਹੈਗਾ ਵਾ। ਇਹ ਲੰਬਰਦਾਰਾਂ ਦੀ ਨੂੰਹ ਸੀ, ਲੇਕਿਨ ਇਹਨੂੰ ਇੰਨਾ ਇਸ਼ਕ ਹੋਇਆ, ਆਦਾ ਸਭ ਦੁਨੀਆਦਾਰੀ ਛੱਡ ਕੇ ਇਹਨਾਂ ਨਾਲ ਹੀ ਤੁਰ ਪਏ ਸੀ ਕਿ ਇਹਨਾਂ ਨਾਲ ਪਿਆਰ ਸੀਗਾ ਬਾਬੇ ਅਬਦੁੱਲਾ ਸ਼ਾਹ ਸਰਕਾਰ ਨਾਲ। ਇਹਨਾਂ ਦੀ ਬੇਟੀ ਬਣ ਗਿਆ ਸੀ। ਤੇ ਜਦੋਂ ਬਹਿਰਾਮ 'ਚ ਦੁਨੀਆ ਪਰਦਾ ਕਰਨ ਲੱਗੇ, ਉਹਨੇ ਕਿਹਾ ਮੈਂ ਲੰਗਰ ਸ਼ੁਰੂ ਕੀਤਾ ਸੀ, ਹੁਣ ਪਤਾ ਨਹੀਂ ਚੱਲਦਾ ਕਿ ਜਾਂ ਨਹੀਂ ਚੱਲਦਾ। ਤੇ ਫਿਰ ਅੰਮਾ ਜੀ ਕਰਮ ਬੀਬੀ ਨੇ ਸੈਯਦ ਬਾਬਾ ਅਬਦੁੱਲਾ ਸ਼ਾਹ ਦੀ ਸਰਕਾਰ ਨਾਲ ਵਾਅਦਾ ਲਿਆ ਸੀ, ਤੁਹਾਡਾ ਲੰਗਰ ਚੱਲੇਗਾ ਵੀ ਔਰ ਤੇ ਵਧੇਗਾ ਵੀ, ਘਟੇਗਾ ਨਹੀਂ। ਤੇ ਯਾਨੀ ਕਿ ਬਾਬੇ ਹੁਣਾਂ ਦੇ ਪਰਦਾ ਕਰਨ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਅੰਮਾ ਜੀ ਕਰਮ ਬੀਬੀ ਪਰਦਾ ਕਰੀ। ਕੋਈ ਕਹਿੰਦੇ 4 ਸਾਲ ਜ਼ਿੰਦਾ ਰਿਹਾ, ਕੋਈ ਕਹਿੰਦੇ 3 ਸਾਲ। ਉਹ ਤੋਂ ਬਾਅਦ ਉਹਨਾਂ ਨੇ ਇਹ ਵਾਅਦਾ ਆਪਣੀ ਬੇਟੀ ਨੂੰ, ਰਹਿਮਤ ਬੀਬੀ ਨੂੰ, ਤੇ ਸਾਈਂ ਨੂਰੇ ਸ਼ਾਹ ਸਰਕਾਰ ਨੂੰ ਦੇ ਦਿੱਤਾ। ਸਾਈਂ ਨੂਰੇ ਸ਼ਾਹ ਸਰਕਾਰ ਉਦੋਂ ਫੌਜ ਦੇ ਵਿੱਚ ਸੀ, ਫੌਜ ਦੀ ਨੌਕਰੀ ਛੱਡ ਕੇ ਆ ਗਿਆ ਸੀ। ਉਹਨੇ ਕਿਹਾ ਮੈਨੂੰ ਮੁਰਸ਼ਿਦਾਂ ਨੂੰ ਯਾਦ ਕੀਤਾ ਤੇ ਹੁਣ ਮੈਂ ਨਹੀਂ ਹੋਣਾ। ਤੇ ਲੋਕੀ ਕਈ ਇਹਨਾਂ ਨੂੰ ਨਾ ਪੀਰ ਸਮਝਦੇ ਤੇ, ਲੇਕਿਨ ਇਹ ਆਪਣੇ ਆਪ ਨੂੰ ਸਾਈਂ ਲੋਕ ਕਹਿੰਦੇ, ਅਸੀਂ ਕਹਿੰਦੇ ਪੀਰ ਨੇਗੇ। ਅਸੀਂ ਆਪਣੇ ਮੁਰਸ਼ਿਦਾਂ ਨਾਲ ਕੀਤਾ ਹੋਇਆ ਵਾਅਦਾ ਸਾਡੇ ਤੱਕ ਆ ਰਿਹਾ ਸੀ, ਤੇ ਉਹ ਵਾਅਦਾ ਨਿਭਾ ਰਹੇ, ਤੇ ਹੈ ਤਾਂ ਸਭ ਕੁਝ ਉਹਨਾਂ ਦਾ ਹੀ ਆ। ਯਾਨੀ ਕਿ ਪੀਰੀ ਫਕੀਰੀ ਨਹੀਂ ਕਰਦੇ ਜਿੱਦਾਂ ਆਮ ਦਰਬਾਰਾਂ ਤੇ ਹੁੰਦੀ ਆ। ਤੇ ਤੁਸੀਂ ਲੰਗਰ ਵਾਲੇ ਵੇਖ ਕੇ ਕਹਿੰਦੇ ਆਮ ਦਰਬਾਰਾਂ ਦੇ ਜ਼ਮੀਨ ਬੜੀ ਨਾ ਹੁੰਦੀ ਆ, ਜ਼ਮੀਨ ਜਾਇਦਾਦ। ਇੱਥੇ ਯਾਨੀ ਕਿ ਬਾਬੇ ਹੁਣਾਂ ਦੇ ਨਾਂ ਐਡਾ ਰਕਬਾ ਨਹੀਂ ਇਸ ਦਰਬਾਰ ਤੇ। ਇੱਥੇ ਜਿੱਥੇ ਬਾਬੇ ਹੁਣਾਂ ਡੇਰਾ ਮੱਝਾਂ ਮੁੱਝਾਂ ਰੱਖੀਆਂ, ਉਹ ਹੈਗੇ 2.5 ਕਿੱਲੇ ਪੈਲੀ। ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਦਾ
ਕਿ ਸਾਈਂ ਨੂਰੇ ਸ਼ਾਹ ਸਰਕਾਰ ਜਿਹੜੇ ਬਾਅਦ 'ਚ ਗੱਦੀ ਨਸ਼ੀਨ ਹੋਏ, ਉਹ ਤੋਂ ਬਾਅਦ ਜਿਹੜੇ ਸਾਈਂ ਕਾਲੇ ਸ਼ਾਹ, ਜਿਹਨੂੰ ਸਾਈਂ ਅਬਦੁਲ ਕਰੀਮ ਕਹਿੰਦੇ ਆ, ਉਹਨਾਂ ਨੇ ਕਿਹਾ ਯਾਰ ਪੱਠੇ ਤੇ ਲੈ ਕੇ ਆ ਮੱਝਾਂ ਵਾਸਤੇ। ਉਹ ਗਿਆ ਕਿਸੇ ਸਰਦਾਰ ਦੇ, ਉਹ ਸਰਦਾਰ ਹੁਣ ਜਿਹੜਾ ਕੰਮ 'ਚ ਮਸਰੂਫ ਸੀ, ਉਹ ਕਹਿੰਦਾ ਅੱਛਾ ਮੈਂ ਤੁਹਾਨੂੰ ਮਿਣ ਕੇ ਦਿੰਦਾ ਵਾ, ਉੱਥੋਂ ਤੁਸੀਂ ਵੰਡਣੇ ਆ। ਉਹ ਬਾਬੇ ਹੁਣ 2-3 ਵਾਰੀ ਕਿਹਾ ਤੇ ਉਹ ਸਰਦਾਰ ਹੁਣੀ ਗੁੱਸਾ ਕਰ ਗਿਆ। ਉਹਨੇ ਕਿਹਾ ਜਾਓ ਫਿਰ ਆਦੀ ਜ਼ਮੀਨ ਲੈ ਕੇ ਗੱਡੋ ਪੱਠੇ। ਉਹ ਵਾਪਸ ਆਏ ਬਾਦ ਸਾਈਂ ਨੂਰੇ ਸ਼ਾਹ ਸਰਕਾਰ ਹੋਣਾ ਕੋਲ। ਉਹਨੇ ਕਿਹਾ ਆਪਾਂ ਹੁਣ ਆਪਣੀ ਜ਼ਮੀਨ ਲੈ ਕੇ ਪੱਠੇ ਗੰਢਣੇ ਆ। ਤੇ ਉੱਥੇ ਪਟਵਾਰੀ ਬੈਠਾ ਸੀ ਜਿਹੜੇ ਬਾਬੇ ਉਹਨਾਂ ਦਾ ਮਾਨੀ ਸੀ। ਉਹਨਾਂ ਨੇ ਉਸੇ ਵਕਤ 2.5 ਕਿੱਲੇ ਪੈਲੀ ਦੇ ਲੈ ਕੇ ਬਾਬੇ ਹੁਣ ਦੇ ਦਿੱਤੇ, ਪੱਠਿਆਂ ਵਾਲੀ ਪੈਲੀ ਮੁੱਲ, ਤੇ ਸੀਗੇ ਸਾਈਂ ਹੁਣਾਂ ਦੇ ਨਾਂ ਹੀ ਤੇ ਉਹ ਪਟਵਾਰੀ ਦੇ ਨਾਂ ਹੀ। ਤੇ ਜਦੋਂ ਉੱਥੋਂ 47 ਵੇਲੇ ਹਿਜਰਤ ਹੋ ਕੇ ਇੱਥੇ ਆਏ ਤੇ ਪਟਵਾਰੀ ਦੇ ਖਾਨਦਾਨ ਹੁਣ ਬੈਠਾ ਭਾਵਲਪੁਰ ਸ਼ਹਿਰ ਦੇ ਵਿੱਚ। ਪਟਵਾਰੀ ਉੱਥੋਂ ਆਇਆ ਇੱਥੇ, ਉਹਨਾਂ ਸਾਈਂ ਨੂੰ ਉਹਨਾਂ ਕਿਹਾ ਤੁਹਾਡੀ ਮਾਨਤ ਆ ਤੇ ਤੁਸੀਂ ਆਪਦੇ 2.5 ਕਿੱਲੇ ਲਾ ਲਓ, ਉੱਥੇ ਤੁਹਾਨੂੰ ਡੇਰਾ ਵੀ ਵਿਖਾਵਾਂਗੇ। ਬਾਬੇ ਉਹਨਾਂ ਦਾ ਮੱਝਾਂ ਮੁੱਝਾਂ ਉਸ 2.5 ਕਿੱਲਿਆਂ 'ਚ ਕਿੱਲਾ ਨਾਲ ਦਿੱਤਾ ਸੀਗਾ। ਸ਼ਾਮ 84 ਦੇ ਸ਼ੇਖ ਇਕਬਾਲ ਸਾਹਿਬ ਹੁਣੀ ਨੇ, ਉਹ ਉੱਥੋਂ ਤੇ ਸਵਾਮੀ ਸਾਹਿਬ ਉਹਨਾਂ ਦਰਬਾਰ ਆ, ਉਹਨਾਂ ਦੀ ਲੜੀ 'ਚੋਂ ਸਨ ਤੇ ਕਿੱਲਾ ਪੈਲੀ ਦਾ ਫਿਰ ਦਰਬਾਰ ਤੋਂ ਉਹਨਾਂ ਨੇ ਦੇ ਦਿੱਤਾ। ਇੱਥੇ ਪਿੰਡ ਦੇ ਨਾਲ ਆ ਕਿੱਲਾ ਇੱਕ ਪੈਲੀ ਦਾ, ਇਹ ਬੁਰਜ ਟਹਿਲ ਦਾ ਤੇ ਗੁਜਰਾਂ ਨੇ ਦਿੱਤਾ ਸੀ। ਇਸ ਕਿੱਲੇ ਵਿੱਚ ਬਾਬੇ ਦੇ ਮਲੰਗ ਬੈਠਦੇ ਸੀ ਆ ਕੇ, ਤੇ ਇਹ ਕਿੱਲਾ ਉਹਨਾਂ ਨੇ ਗੁਜਰਾਂ ਨੇ ਬਾਬੇ ਹੁਣ ਦੇ ਦਿੱਤਾ ਸੀ। ਲੇਕਿਨ ਇੱਥੇ ਹੁਣ ਕਲੋਨੀਆਂ ਬਣ ਗਈਆਂ, 2-3 ਪਾਸੇ ਕਲੋਨੀਆਂ ਵਾਲਿਆਂ ਰਾਹ ਰੋਕ ਲਿਆ ਇੱਕ ਬੰਨਿਓ ਪਿੰਡ ਦੇ ਸਾਡੇ ਨੇ, ਉਹਨਾਂ ਦੇ ਮਕਾਨ ਬਣ ਗਿਆ ਤੇ ਕਿੱਲਾ ਹੁਣ ਉਦਾਂ ਹੀ ਪਿਆ ਵਾ ਤੇ ਬਾਬੇ ਦਾ। ਤੇ ਮਹਿਕਮਾ ਕਾਫ ਵਾਲੇ ਵੀ ਕਈ ਦਫਾ ਇਸ ਦਰਬਾਰ ਤੇ ਆ ਕੇ ਲੰਗਰ ਲੰਗਰ ਤੁਹਾਨੂੰ ਪਤਾ ਲੱਗਦਾ ਬਹੁਤ ਚੱਲਦਾ, ਬੜਾ ਪੱਕਦਾ। ਇਸ ਦਰਬਾਰ ਨੂੰ ਅਸੀਂ ਨਾ ਆਪਣੇ ਅੰਡਰ ਲੈ ਲਈਏ, ਇਹਦਾ ਗੱਲਾ ਲੈ ਲਈਏ। ਵੱਡੇ ਬਾਬੇ ਹੁਣ ਵੀ ਕਹਿੰਦੇ ਸੀ ਗੱਲੇ ਦੀ ਚਾਬੀ ਮੈਂ ਤੁਹਾਨੂੰ ਫੇਰ ਦੇਣੀ ਹੈ, ਫਕੀਰ ਦਾ ਲੋਕ ਖੋਲਾ ਵਾ। ਪਹਿਲਾਂ ਤੁਸੀਂ ਲੰਗਰ ਵੇਖ ਲਓ ਕਿੰਨਾ ਚੱਲਦਾ ਵਾ, ਕਿੰਨਾ ਅਸੀਂ ਪਕਾਉਂਦੇ ਆ, ਕਿੰਨੇ ਸਾਡੇ ਖਤਮ ਆ, ਕਿੰਨੀ 11ਵੀਂ ਸ਼ਰੀਫ ਆ। ਜੇ ਤੁਸੀਂ ਭਾਰਾ ਚੱਕ ਸਕਦੇ ਆ ਤੇ ਅਸੀਂ ਤੁਹਾਨੂੰ ਚਾਬੀ ਦੇ ਦੇਣੇ, ਤੁਸੀਂ ਕਰ ਲਓ। ਤੇ ਉਹ ਫਿਰ ਜ਼ਮੀਨ ਜਾਇਦਾਦ ਵੇਖਦੇ ਸੀ ਦਰਬਾਰ ਦੇ ਨਾਮ ਕੀ ਹੈ, ਦਰਬਾਰ ਦੇ ਨਾਮ ਹੈ ਕੁਛ ਨਹੀਂ। ਤੇ ਲੇਕਿਨ ਇੱਥੇ ਮਾਸ਼ਾਅੱਲਾ ਲੰਗਰ ਬਹੁਤ ਜ਼ਿਆਦਾ, ਤੇ ਬਾਬੇ ਹੁਣੀ ਆਪਦੇ ਸਿਰ ਤੇ ਹੀ ਕਰਦੇ ਨੇ। ਕੋਈ ਦੇ ਜਾਵੇ ਤੇ ਬਿਸਮਿਲ੍ਲਾ, ਕੋਈ ਨਾ ਦੇ ਕੇ ਜਾਵੇ ਬਹੁਤੀ ਸੱਤ ਬਿਸਮਿਲ੍ਲਾ। ਉਹ ਕਹਿੰਦੇ ਆਓ ਜ਼ਰੂਰ ਤੁਸੀਂ ਖਾ ਕੇ ਜਾਓ, ਨਹੀਂ ਦੇਣਾ ਕੁਛ ਨਾ ਦਿਓ। ਤੇ ਆਮ ਦਰਬਾਰਾਂ ਦੀ ਇੰਨੀ ਜ਼ਮੀਨ ਜਾਇਦਾਦ ਵੀ ਹੁੰਦੀ ਆ, ਤੇ ਕਈਆਂ ਨੂੰ ਉਹਨਾਂ ਨੇ ਲਾਏ ਵੀ ਹੁੰਦੇ ਆ ਆਪਣੇ ਮਰੀਦਾਂ ਨੂੰ, ਦੂਰ ਦੂਰ ਜਿਹੜੇ ਪਿੰਡਾਂ 'ਚ ਬੈਠੇ, ਦਾਣੇ ਤੁਸੀਂ ਇੰਨੇ ਦੇਣੇ, ਤੂੰ ਇੰਨੇ ਦੇਣੇ ਆ। ਲੇਕਿਨ ਇੱਥੇ ਉਹ ਚੀਜ਼ ਨਹੀਂ, ਆਪਣੇ ਸਿਰ ਤੇ ਉਹ ਕਰਦੇ ਆ ਜੋ ਉਹਨਾਂ ਨੇ ਵਾਅਦਾ ਕੀਤਾ। ਉਹ ਕਹਿੰਦੇ ਵਾਅਦਾ ਅਸੀਂ ਕੀਤਾ, ਕਿਹੜਾ ਤੁਸੀਂ ਕੀਤਾ। ਤੇ ਉਹ ਵਾਅਦਾ ਆਦਾ ਨਿਭਾਉਂਦੇ ਨੇ ਤੇ ਉਹ ਹਲੇ ਤੱਕ ਨਿਭਾਈ ਜਾਂਦੇ ਨੇ। ਨਾ ਸਾਈਂ ਨੂਰੇ ਸ਼ਾਹ ਉਹਨਾਂ ਨੇ ਸ਼ਾਦੀ ਕਰਾਈ ਸੀ, ਕਿਉਂਕਿ ਉਹ ਇਸ ਵਾਅਦੇ ਤੇ ਨਾਲ ਹੀ ਉਹਨਾਂ ਦਾ ਹੋ ਜਾਂਦਾ ਸੀ। ਕੋਈ ਚੜਾਵਾ ਚੜ੍ਹਦਾ ਸੀ ਨਾ ਦਰਬਾਰ ਤੇ ਕਿ ਬਾਬਾ ਜੀ ਤੁਹਾਨੂੰ ਦੇ ਦਿੱਤਾ, ਇਹ ਤੁਹਾਡਾ ਹੀ ਕਰੇਗਾ ਗਾਂ, ਉਹ ਫਿਰ ਗਾਂ ਗਤੀ ਨਸ਼ੀਨ ਹੁੰਦਾ ਸੀ। ਇਹ ਸਾਈਂ ਯਾਸਰ ਹੁਸੈਨ ਸਰਕਾਰ ਵੀ ਉਹਨੀ ਚੜਾਵਾ ਸੀ। ਤੇ ਇਹ 12 ਕੁ ਸਾਲ ਤਕਰੀਬਨ ਗਤੀ ਨਸ਼ੀਨ ਨੂੰ ਬਣਿਆ ਨੂੰ ਹੋ ਗਿਆ ਸੀ, ਇਹਨੇ ਸ਼ਾਦੀ ਨਹੀਂ ਸੀ ਕਰਾਈ। ਫਿਰ ਇਹਨਾਂ ਦੇ ਪੀਰਾਂ ਕੋਲ ਕਿਹਾ ਕਿ ਮੈਂ ਦੁਨੀਆਦਾਰ 'ਚ ਰਿਹਾ ਵਾਂ ਬਾਬਾ ਜੀ, ਤੇ ਦੁਨੀਆਦਾਰ ਬੰਦਾ ਤੇ ਮੇਰੇ ਕੋਈ ਇੱਦਾਂ ਰਹਿ ਨਹੀਂ ਹੁੰਦਾ ਵਾ, ਤੇ ਮੈਂ ਸ਼ਾਦੀ ਕਰਾਉਣੀ ਮੈਨੂੰ ਇਜਾਜ਼ਤ ਦੇ ਦਿਓ। ਕਈ ਬੰਦਿਆਂ ਨੇ ਇਤਰਾਜ਼ ਵੀ ਕੀਤਾ, ਬਾਬੇ ਨੂੰ ਆਪ ਸ਼ੌਕ ਸੀ ਤੇ ਉਹਨਾਂ ਨੇ ਆਪਦੇ ਮੁਰਸ਼ਿਦਾਂ ਅੱਗੇ ਜਾਣੀ ਕਿ ਆਪਦੇ ਸਾਈਆਂ ਅੱਗੇ ਉਹਨਾਂ ਨੇ ਅਰਜ਼ ਕੀਤੀ ਸੀ ਕਿ ਮੈਂ ਇੱਦਾਂ ਨਹੀਂ ਰਹਿ ਸਕਦਾ, ਵਾਅਦਾ ਤੁਹਾਡਾ ਜਿਹੜਾ ਕੀਤਾ ਮੈਂ ਨਿਭਾਈ ਰੱਖਾਂਗਾ, ਵਾਅਦੇ ਵੱਲੋਂ ਕੋਈ ਨਹੀਂ ਆਏਗੀ ਕਿੱਲਤ। ਜਿਹੜਾ ਵਾਅਦਾ ਕੀਤਾ ਲੰਗਰ ਦਾ, ਜੋ ਲੰਗਰ ਚੱਲਦਾ ਇੱਦਾਂ ਹੀ ਚੱਲਦਾ ਰਹੇਗਾ। ਲੇਕਿਨ ਮੈਂ ਸ਼ਾਦੀ ਕਰਨਾ ਚਾਹੁੰਦਾ ਹਾਂ ਕਿ ਮੈਂ ਗਲਤ ਰਾਹ ਰਵੀ ਤੇ ਨਾ ਚੱਕੇ ਤੇ ਚੱਲ ਜਾਵਾਂ। ਕਈਆਂ ਥਾਵਾਂ ਤੇ ਤੁਸੀਂ ਵੇਖਿਆ ਵੀ ਹੋਣਾ ਕਿ ਕਈ ਗਲਤ ਰਾਹ ਰਵੀ ਤੇ ਚੱਲ ਪੈਂਦੇ ਨੇ, ਤੇ ਉਹਨਾਂ ਨੂੰ ਫਿਰ ਸਾਈਆਂ ਨੇ ਇਜਾਜ਼ਤ ਦਿੱਤੀ ਤੇ ਉਹਨਾਂ ਨੇ ਫਿਰ ਮਾਸ਼ਾਅੱਲਾ ਸ਼ਾਦੀ ਕਰਾਈ। ਤੇ ਫਿਰ ਕਈ ਲੋਕ ਸਾਡੇ ਜਿਹੜੇ ਪਿੰਡ ਦੇ ਚੌਧਰੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਗੱਦੀ ਨਸ਼ੀਨ ਕੀਤਾ ਸੀ, ਉਹਦੇ ਕੋਲ ਵੀ ਆਏ ਸ਼ਾਦੀ ਤੋਂ ਬਾਅਦ ਕਿ ਇਹ ਤੇ ਗੱਦੀ ਹੈਗੀ ਕੁਆਰਿਆਂ ਦੀ, ਕਿ ਇਹ ਤੇ ਇਹਨਾਂ ਨੇ ਸ਼ਾਦੀ ਕਰ ਲਈ, ਤੁਸੀਂ ਇਹਨੂੰ ਕਹੋ। ਉਹਨੇ ਕਿਹਾ ਜੀ ਇਸਲਾਮ ਦੀ ਚਾਰ ਜਾਇਜ਼ ਆ, ਬਾਬਾ ਸਾਡੇ ਉਹਨੂੰ ਚਾਰ ਕਰਾ ਲਵੇ। ਸਾਨੂੰ ਰੌਲਾ ਇਹ ਆ ਕਿ ਬਾਬਾ ਆਇਆ ਕਿ ਉੱਦਾਂ ਹੀ ਬਾਬੇ ਵਾਂਗੂ ਖਤਮ ਦਵਾਉਂਦਾ, ਲੰਗਰ ਉਹਨੂੰ ਹੀ ਪਕਾਉਂਦਾ, ਤੇ ਫਿਰ ਇਤਰਾਜ਼ ਆ ਤੇ ਸ਼ਾਦੀ ਭਾਵੇਂ ਇੱਕ ਦੀ ਬਜਾਏ ਚਾਰ ਕਰਾ ਲਵੇ, ਇਸਲਾਮ 'ਚ ਚਾਰ ਜਾਇਜ਼ ਆ, ਤੇ ਇਹ ਹੋਣੀ ਚਾਹੀਦੀ ਆ। ਤੇ ਉਹ ਜਾਣੀ ਕਿ ਜਦੋਂ ਪਿੰਡ ਦਾ ਇੱਕ ਚੌਧਰੀ ਹੋਵੇ ਨਾ, ਤੇ ਫਿਰ ਹਰ ਕੋਈ ਹੁੰਦੀ ਤੇ ਬਾਜ ਜਿੱਥੇ ਘਰ ਚੌਧਰੀ ਹੁਣ ਉੱਥੇ ਮਸਲਾ ਹੀ ਬਣ ਜਾਂਦਾ। ਤੇ ਉਹ ਬਾਬੇ ਹੁਣਾਂ ਦੀ ਫਿਰ ਤਾਂ ਇਸ ਗੱਲੋਂ ਸ਼ਾਦੀ ਹੋ ਗਈ ਸੀ। ਤੇ ਜਿਹੜੇ ਇੰਡੀਆ 'ਚ ਵੀ ਪਹਿਲੋਂ ਜਿਹੜੇ ਜਿੰਨੇ ਵੀ ਗੱਦੀ ਨਸ਼ੀਨ ਸੀ ਉਹਨਾਂ ਦੀ ਸ਼ਾਦੀ ਕੋਈ ਨਹੀਂ ਸੀ, ਜਾਂ ਜਿਹੜਾ ਸਾਈਂ ਉਮਰੇ ਸ਼ਾਹ ਨੂੰ ਬੈਠੇ ਤੇ ਪਹਿਲਾਂ ਸ਼ਾਦੀशुदा ਹੀ ਉਹ ਗੱਦੀ ਤੇ ਬੈਠਾ। ਤੇ ਬਾਬਾ ਜੀ ਹੁਣਾਂ ਨੇ ਗੱਦੀ ਨਸ਼ੀਨ ਹੋਣ ਤੋਂ ਬਾਅਦ 12 ਸਾਲ ਬਾਅਦ ਜਾ ਕੇ ਕਿਤੇ ਸ਼ਾਦੀ ਕਰਾਈ ਆ। ਤੇ ਲੰਗਰ ਦਾ ਤੁਸੀਂ ਇੰਤਜ਼ਾਮ ਵੇਖ ਲਿਆ, ਬਾਬੇ ਹੁਣੀ ਆਪਣੇ ਜਨਾਬ 'ਚੋਂ ਹੀ ਕਰਦੇ ਨੇ, ਕੋਈ ਦੇ ਜਾਵੇ ਤਾਂ ਠੀਕ ਆ, ਕੋਈ ਨਾ ਦੇ ਜਾਵੇ ਤਾਂ। ਤੇ ਮਹਿਕਮਾ ਕਾਫ ਵਾਲੇ ਵੀ 3 ਦਫਾ ਆ ਚੁੱਕੇ ਨੇ। ਸਾਈਂ ਹੁਣਾਂ ਵੱਡੇ ਸਾਈਂ ਹੁਣਾਂ ਦੌਰ 'ਚ 1 ਦਫਾ ਆਏ ਸੀ, ਸਾਈਂ ਯਾਸਰ ਹੁਸੈਨ ਸਰਕਾਰੀ ਦੌਰ 'ਚ 2 ਦਫਾ ਆ ਚੁੱਕੇ। ਲੇਕਿਨ ਜਦੋਂ ਇੰਤਜ਼ਾਮ ਵੇਖਦੇ, ਲੰਗਰ ਵੇਖਦੇ ਆ, ਤੇ ਵੇਖਦੇ ਜਾਇਦਾਦ ਕੋਈ ਨਹੀਂ, ਤੇ ਗੱਲੇ 'ਚ ਵੀ ਇੰਨੇ ਪੈਸੇ ਕੋਈ ਨਹੀਂ ਨਿਕਲਣੇ। ਉਹ ਕਹਿੰਦੇ ਸਾਡਾ ਕੋਈ ਕੰਮ ਨਹੀਂ ਹੁੰਦਾ, ਪਤਾ ਨਹੀਂ ਕਿੱਥੋਂ ਹੁੰਦਾ, ਇਹ ਤੁਸੀਂ ਕਰ ਸਕਦੇ, ਸਾਡੇ ਹੱਥ ਖੜੇ ਅਸੀਂ ਜਾ ਰਹੇ। ਤੇ ਉਹ ਦੁਬਾਰਾ ਫਿਰ ਮੁੜ ਕੇ ਨਹੀਂ ਆਏ ਜੋ। ਤੇ ਬਸ ਉਹਨਾਂ ਦੇ ਸਦਕੇ, ਸੋਹਣੇ ਰੱਬ ਦੇ ਸਦਕੇ, ਜਾਣੀ ਕਿ ਰੱਬ ਤੇ ਆਸ ਉਮੀਦ ਹੁੰਦੀ ਆ। ਜਿਹੜਾ ਕਹਿੰਦੇ ਰੱਬ ਤੇ ਯਕੀਨ ਕਰ ਲੈਂਦਾ ਉਹਦਾ ਸਭ ਕੁਝ ਬਣ ਜਾਂਦਾ। ਤੇ ਉਹ ਵਾਕਈ ਉਹ ਰੱਬ ਤੇ ਯਕੀਨ ਕਰਕੇ ਬੈਠੇ ਤੇ ਸਭ ਕੁਝ ਸੋਹਣਾ ਰੱਬ ਉਹਨਾਂ ਦਾ ਹੱਲ ਕਰ ਦਿੰਦਾ, ਜੋ ਉਹਨਾਂ ਚਾਹੀਦਾ ਰੱਬ ਉਹਨਾਂ ਨੂੰ ਦੇ ਦਿੰਦਾ। ਜਿਹੜਾ ਕਹਿੰਦੇ ਨਾ ਦੁਨੀਆ ਇੱਕ ਤੇ ਦੁਨੀਆ 2 ਕਿਸਮ ਦੇ ਲੋਕ ਵਸਦੇ ਆ, ਇੱਕ ਜਿਹੜੇ ਰੱਬ ਨੂੰ ਪਿਆਰ ਕਰਦੇ ਆ, ਇੱਕ ਉਹ ਆ ਜਿਹੜਾ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ।
ਤੇ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਉਹ ਬੰਦੇ ਹੁੰਦੇ ਜਿਹੜੇ ਰੱਬ ਦੀ ਮਖਲੂਕ ਨੂੰ ਪਿਆਰ ਕਰਦੇ ਆ। ਇਹ ਉਹ ਲੋਕ ਨੇ, ਇਹ ਪੀਰ ਨੇਗੇ, ਇਹ ਰੱਬ ਦੀ ਮਖਲੂਕ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਖਵਾਉਂਦੇ ਨੇ, ਉਹਨਾਂ ਨੂੰ ਰਚਾਉਂਦੇ ਨੇ, ਅੱਛੇ ਤੋਂ ਅੱਛੀ ਚੀਜ਼ ਲਿਆਉਂਦੇ ਨੇ। ਬਾਬੇ ਨੂੰ ਲੱਭ ਕੇ ਦਾਲ ਲਿਆਉਂਦੇ ਨੇ, ਦੇਸੀ ਚਨਿਆਂ ਦੀ ਦਾਲ, ਜਿਹੜੀ ਘੁਲ ਵੀ ਅੱਛੀ ਜਾਂਦੀ, ਉਹ ਪੱਕਦੀ ਵੀ ਸੋਹਣੀ ਆ। ਦੇਸੀ ਘੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਮਹਿੰਗਾ ਦੇਸੀ ਘੇ, ਉਹ ਬੱਕਰੇ ਦਾ ਗੋਸ਼ਤ ਵੀ ਬਹੁਤ ਮਹਿੰਗਾ, ਉਹਦੇ ਵਿੱਚ ਪਕਾਉਂਦੇ ਨੇ। ਗੁੜ ਵਾਲੇ ਚਾਵਲ ਵੀ ਪੱਕਦੇ ਨੇ ਕਈਆਂ ਖਤਮਾਂ ਤੇ, ਠੀਕ ਆ ਨਾ। ਅੱਛੀ ਤੋਂ ਅੱਛੀ ਚੀਜ਼ ਲਿਆ ਕੇ ਕੋਸ਼ਿਸ਼ ਕਰਦੇ ਨੇ। ਇੰਨਾ ਕੁਛ ਪਕਾਉਂਦੇ ਕਿ ਬਾਬੇ ਨੇ ਕਿਹੜਾ ਆਪ ਖਾਣਾ ਹੁੰਦਾ, ਲੋਕਾਂ ਨੂੰ ਹੀ ਖਵਾਉਣਾ ਹੁੰਦਾ, ਠੀਕ ਹੈ ਨਾ। ਆਪ ਤੇ ਬਾਈ ਵੇਲੇ ਖਾਂਦੇ ਵੀ ਨਹੀਂਗੇ। ਤੇ ਉਹਦਾ ਕਰਕੇ ਜਿਹੜੇ ਉਹਦੀ ਮਖਲੂਕ ਨਾਲ ਪਿਆਰ ਕਰਦੇ, ਰੱਬ ਵੀ ਫਿਰ ਉਹਨਾਂ ਦੀ ਰਾਹ ਸਿੱਧੇ ਕੀਤੀ ਰੱਖਦਾ। ਰੱਬ ਉਹਨਾਂ ਨੂੰ ਹੋਰ ਦਿੱਤਾ, ਜਿੰਨਾ ਉਹ ਵਰਤਦੇ ਨੇ, ਖਰਚ ਕਰਦੇ ਨੇ, ਰੱਬ ਉਹਨਾਂ ਤੋਂ ਦੁੱਗਣਾ ਉਹਨਾਂ ਨੂੰ ਕਰਕੇ ਦਿੰਦਾ। ਸਾਡੇ ਨਾਲ ਜੀ ਕਾਸ਼ਫ ਉਰਫ ਗੁੱਲੂ ਕਸਾਈ ਮੌਜੂਦ ਆ, ਜਿਹੜੇ ਕਿ ਮਡਾਲੀ ਸ਼ਰੀਫ ਦਰਬਾਰ ਦੇ ਵਿੱਚ ਇਹ ਐਜ਼ ਅ ਬੁੱਚਰ ਕੰਮ ਕਰਦੇ ਆ, ਕਸਾਈ ਦੇ ਤੌਰ ਤੇ ਕੰਮ ਕਰਦੇ ਆ। ਇਹ ਇਹਨਾਂ ਨਾਲ ਸ਼ੁਰੂ ਤੋਂ ਜੁੜੇ ਹੋਏ ਆ। ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੇ ਦਾਦੇ ਦਾ ਨਾਮ ਕੀ ਹੈ, ਜਿਹੜੇ ਔਰ ਕਿੰਨੀਆਂ ਨਸਲਾਂ ਹੋ ਗਈਆਂ ਇਹਨਾਂ ਨਾਲ, ਇਹਨਾਂ ਨੂੰ ਅਟੈਚ ਹੋਇਆ ਨਾ ਜੀ। ਆਪਣੇ ਦਾਦੇ ਦਾ ਕੀ ਨਾਮ ਜੀ? ਮੇਰੇ ਪੜਦਾਦਾ ਜੀ ਦਾ ਨਾਮ ਆ ਜੀ ਮੀਆਂ ਰੁਲੀਆ। ਅੱਛਾ, ਤੁਹਾਡੇ ਪੜਦਾਦਾ ਜਿਹੜੇ ਉਹ ਜੁੜੇ ਹੋਏ ਉਦੋਂ ਦੇ? ਜੀ ਠੀਕ ਆ। ਤੇ ਉੱਥੇ ਸਰਕਾਰ ਨੇ ਆ ਕੇ ਕਿਆਮ ਕੀਤਾ ਸੀਗਾ। ਹੂੰ। ਕਿਆਮ ਕਰਨ ਤੋਂ ਬਾਅਦ ਸਰਕਾਰ ਦਾ ਦਿਲ ਕੀਤਾ ਸੀ, ਕਹਿੰਦੇ ਸੀ ਗੋਸ਼ਤ ਖਾਣਾ ਸੀ। ਹੂੰ। ਗੋਸ਼ਤ ਖਾਣਾ ਮਛਲੀਆਂ ਦਾ ਗੋਸ਼ਤ ਦਿੱਤਾ ਲਿਆ ਕੇ, ਸਰਕਾਰ ਨੂੰ ਅੱਛਾ ਲੱਗਾ। ਸਰਕਾਰ ਨੇ ਫਰਮਾਇਆ ਕਿ ਇਸ ਕਸਾਈ ਨੂੰ ਲੈ ਕੇ ਆਓ ਸਦਕੇ। ਜਿਸ ਵੇਲੇ ਉਹ ਕਸਾਈ ਨੂੰ ਲੈ ਕੇ ਆਏ ਸਦਕੇ, ਤੇ ਆਪ ਸਰਕਾਰ ਦੀ ਨਿਗਾਹ ਹੋਈ, ਉੱਥੋਂ ਸਰਕਾਰ ਨੇ ਮੋਹਰ ਲਾਤੀ। ਉੱਥੋਂ ਕੰਮ ਸਿਲਸਿਲਾ ਚੱਲਦਾ ਰਿਹਾ, ਉੱਥੋਂ ਫਿਰ ਡਿਊਟੀ ਕਰਦੇ ਰਹੇ। ਫਿਰ ਉਸ ਤੋਂ ਬਾਅਦ ਪੜਦਾਦਾ ਜੀ ਤੋਂ ਬਾਅਦ ਦਾਦਾ ਜੀ ਆਏ, ਯਾਨੀ ਬਾਬਾ ਰੋੜੀਆ ਤੋਂ ਬਾਅਦ। ਹਾਂਜੀ, ਉਹਨਾਂ ਦਾ ਨਾਮ ਸੀ ਹਾਜੀ ਖੁਸ਼ੀ ਮੁਹੰਮਦ, ਹਾਜੀ ਗੁਲਾਮ ਮੁਹੰਮਦ ਤੇ ਹਾਜੀ ਰਹਿਮਤੁल्ला। ਪਿੰਡ ਰੁਲੀਆ, ਪਿੰਡ ਨੀਰ, ਜ਼ਿਲ੍ਹਾ ਜਲੰਧਰ। ਨੀਰ ਦੀਆਂ ਲਾਦੀਆਂ? ਹਾਂਜੀ, ਲਾਦੀਆਂ ਦੇ ਨਾਲ ਨੀਰ। ਨੀਰ। ਅੱਛਾ, ਤੁਸੀਂ ਨੀਰ ਦੇ ਆ? ਨੀਰ ਦੇ ਆ। ਠੀਕ 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 ਠੀਕ। ਤੇ ਉਸ ਤੋਂ ਬਾਅਦ ਸਾਡੇ ਵਾਲਦ ਸਾਹਿਬ ਸੀਗੇ, ਹੁਣ ਆ ਕੇ ਮੋਹਰ ਫਿਰ ਸਰਕਾਰ ਦੀ ਲੱਗੀ। ਫਿਰ ਨਾਲ ਤੁਹਾਡੀ ਚੌਥੀ ਪੀੜ੍ਹੀ ਆ ਇਹਨਾਂ ਨਾਲ ਐਜ਼ ਆ ਕਸਾਈ ਕੰਮ ਕਰ ਰਹੇ ਆ। ਫ੍ਰੀ ਕਰਦੇ ਆ ਜਾਂ ਪੈਸੇ ਵੀ ਲੈਂਦੇ ਆ? ਅਲਹਮਦੁਲਿਲਾ ਆਪਣੀ ਡਿਊਟੀ ਕਰਦੇ ਸਰਕਾਰ। ਡਿਊਟੀ ਕਰਦੇ ਆ ਆਪਣੀ ਅਕੀਦਤ ਦੇ ਨਾਲ। ਅਕੀਦਤ ਦੇ ਨਾਲ, ਕੋਈ ਕਿਸੇ ਕਿਸਮ ਦੀ ਲਾਲਚ ਨਹੀਂ। ਬਿਲਕੁਲ ਸਹੀ ਹੋ ਗਿਆ। ਅਜਾ ਨਹੀਂ ਤੁਹਾਡੀ ਚੌਥੀ ਪੀੜ੍ਹੀ ਆ ਜੀ।